ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦਾਸਾਂ, ਗਰੀਬਾਂ, ਸਿੱਖਾਂ, ਸੇਵਕਾਂ ਦੇ ਉੱਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਹਾਜ਼ਰਾ ਹਜੂਰ, ਜਹਰਾ ਜਹੂਰ, ਸਰਬ ਕਲਾ ਭਰਪੂਰ, ਅੰਤਰਜਾਮੀ, ਸੁਖ ਨਿਧਾਨ ਸੱਚੇ ਪਾਤਸ਼ਾਹ, ਧੰਨ 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 ਸਤਿਗੁਰੂ ਗਰੀਬ ਨਵਾਜ ਅੰਤਰਜਾਮੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ
ਸਤਿਗੁਰਾਂ ਦੇ ਅਸਥਾਨ ਦੇ ਉੱਤੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਗੁਰੂ ਰੂਪ ਪਿਆਰੀ ਸੰਗਤ ਜੀ, ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਲੜੀਵਾਰ ਕਥਾ, ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਗਤ ਜਲੰਦੇ ਨੂੰ ਉਤਾਰ ਕੇ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਬੈਠੇ ਹੈ। ਹਰ ਰੋਜ਼ ਮਹਾਰਾਜ ਹਜ਼ਾਰਾਂ ਸੰਗਤਾਂ ਨੂੰ ਦਰਸ਼ਨ ਦਿੰਦੇ ਹੈ। ਭਾਈ ਲਹਿਣਾ ਜੀ ਮਹਾਰਾਜ ਜੀ ਦੀ ਸੇਵਾ ਕਰ ਰਹੇ ਹੈ। ਆਤਮਿਕ ਰੂਪ ਦੇ ਜਿਹੜੇ ਦਰਸ਼ਨ ਨੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਨੂੰ ਕਰਾਏ ਹੈ। ਉਹ ਪ੍ਰਸੰਗ ਆਪ ਜੀ ਸੰਗਤਾਂ ਨੇ ਬੜੇ ਹੀ ਪਿਆਰ ਦੇ ਨਾਲ ਸਰਵਣ ਕੀਤਾ। ਨਾਲੇ ਮੁੱਖ ਜਿਹੜਾ ਬਚਨ ਮਹਾਰਾਜ ਜੀ ਨੇ ਦੱਸਿਆ, ਭਗਤੀ ਤੇ ਗਿਆਨ ਦੋ ਵੱਖ-ਵੱਖ ਵਸਤੂਆਂ ਹਨ, ਜੋ ਵੱਖ-ਵੱਖ ਚੀਜ਼ਾਂ ਹਨ। ਜਿਹੜਾ ਗਿਆਨ ਹੈ ਉਹ ਸਾਧ ਸੰਗਤ ਜੀ ਕੋਲ ਹੋਵੇ ਤੇ ਭਗਤੀ ਨਾ ਹੋਵੇ, ਨਿਰਾ ਗਿਆਨ ਬੰਦੇ ਦੇ ਅੰਦਰ ਹੰਕਾਰ ਪੈਦਾ ਕਰ ਦਿੰਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਘਿਓ ਦੀ ਉਦਾਹਰਣ ਦਿੱਤੀ, ਜਿਵੇਂ ਨਿਰਾ ਹੀ ਘਿਓ ਬੰਦਾ ਖਾ ਲਵੇ, ਰੋਗੀ ਪੁਰਸ਼ ਨਿਰਾ ਹੀ ਘਿਓ ਖਾ ਲਵੇ ਤੇ ਉਹਨੂੰ ਘਿਓ ਨੁਕਸਾਨ ਕਰ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਖੁਸ਼ਕ ਗਿਆਨ ਚੁੱਕੀ ਫਿਰਦੇ ਹੈ ਸੰਗਤ ਜੀ, ਉਹ ਨੁਕਸਾਨ ਹੁੰਦਾ ਹੈ ਉਹਦੇ ਨਾਲ। ਇਹ ਕੇਵਲ ਉਹਨਾਂ ਵਾਸਤੇ ਨਹੀਂ ਹੈ, ਇਹ ਬਚਨ ਸਾਡੇ ਵਾਸਤੇ ਵੀ ਹੈ। ਅਸੀਂ ਖੁਸ਼ਕ ਗਿਆਨ ਨਹੀਂ ਆਪਣੇ ਕੋਲ ਰੱਖਣਾ, ਗਿਆਨ ਰੱਖਣਾ ਹੈ ਭਗਤੀ ਵਾਲਾ, ਜਿਸ ਵਿੱਚ ਭਗਤੀ ਭਾਵ ਹੋਵੇ, ਜਿਸ ਵਿੱਚ ਪ੍ਰੇਮਾ ਭਗਤੀ ਹੋਵੇ। ਔਰ ਮਹਾਰਾਜ ਨੇ ਦੱਸਿਆ ਇਹ ਗਿਆਨ ਮਿਲਣਾ ਕਿੱਥੋਂ ਹੈ? ਇਹ ਗਿਆਨ ਮਿਲਣਾ ਸਤਸੰਗ ਵਿੱਚੋਂ। ਜੇ ਕੋਈ ਪਿਆਰ ਦੇ ਨਾਲ ਸੰਗਤ ਜੀ ਸਤਸੰਗ ਕਰਦਾ ਹੈ ਤਾਂ ਫਿਰ ਉਹਨੂੰ ਇਸ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਪਰ ਸਤਸੰਗ ਬੜੇ ਮਨੁੱਖ ਕਰਦੇ ਆ, ਪਰ ਕਈ ਵਾਰੀ ਵੇਖਿਆ ਸਤਸੰਗ ਕਰਨ ਵਾਲੇ ਉੱਥੇ ਹੀ ਖਲੋਤੇ ਹੁੰਦੇ ਆ। ਸਤਸੰਗ ਕਰਨਾ ਕਿਵੇਂ ਹੈ ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿ ਬੜੇ ਪਿਆਰ ਨਾਲ ਸੇਵਾ ਕਰਨੀ ਹੈ, ਕੰਨ ਲਾ ਕੇ ਬਚਨ ਸੁਣਨਾ ਹੈ, ਵਿਕਾਰਾਂ ਨੂੰ ਆਪਣੇ ਅੰਦਰੋਂ ਕੱਢਣ ਦਾ ਯਤਨ ਕਰਨਾ ਹੈ। ਸਤਸੰਗ ਕੀਤਾ ਹੋਇਆ ਉਹਦਾ ਹੀ ਸਫਲਾ ਹੈ, ਨਹੀਂ ਤੇ ਸਾਰਿਆਂ ਦਾ ਕੀਤਾ ਸਤਸੰਗ ਵੀ ਸਫਲਾ ਨਹੀਂ ਜੇ ਹੁੰਦਾ। ਸੋ ਮਹਾਰਾਜ ਨੇ ਇਹੋ ਜਿਹਾ ਉਪਦੇਸ਼ ਦਿੱਤਾ। ਹੁਣ ਇਹਦੇ ਤੋਂ ਅੱਗੇ ਕਥਾ ਵਿਚਾਰ ਆਪਾਂ ਸਾਰੀਆਂ ਸਿੱਖ ਸੰਗਤਾਂ ਨੇ ਬੜੇ ਹੀ ਪਿਆਰ ਦੇ ਨਾਲ ਸਰਵਣ ਕਰਨੀ ਹੈ। ਸਾਰੀ ਸੰਗਤ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੋ, ਗੁਰੂ ਨਾਨਕ ਸਾਹਿਬ ਜੀ ਦੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਰ ਕਾਗਜ ਨਿਜ ਹਿਰਦੈ ਕੋ ਮਸੂ ਸੁਮਤ ਬਨਾਏ। ਭਾਈ ਸੰਤੋਖ ਸਿੰਘ ਜੀ ਕਥਾ ਆਰੰਭ ਕਰਨ ਤੋਂ ਪਹਿਲਾਂ ਲਿਖਦੇ ਆ, ਕਹਿੰਦੇ ਆ ਭਾਈ ਆਪਣੇ ਮਨ ਨੂੰ ਕਾਗਜ਼ ਬਣਾ ਲੈ ਤੇ ਮਨ ਉੱਤੇ ਉਸ ਕਾਗਜ਼ ਦੇ ਨਾਲ ਵਾਹਿਗੁਰੂ ਉਸ ਕਾਗਜ਼ ਨੂੰ ਉਸ ਕਾਗਜ਼ ਉੱਤੇ ਗੁਰੂ ਦਾ ਜਸ ਲਿਖਣਾ ਹੈ। ਤੇ ਸਿਆਹੀ ਕਿਹਨੂੰ ਬਣਾਉਣਾ ਹੈ? ਸਿਆਹੀ ਬਣਾਉਣਾ ਸ੍ਰੇਸ਼ਟ ਬੁੱਧੀ ਨੂੰ। ਹੁਣ ਇਹ ਗੱਲ ਕਈਆਂ ਨੂੰ ਪਤਾ ਨਹੀਂ ਲੱਗਣੀ ਵੀ ਭਾਈ ਕੀ ਬੋਲ ਕੇ ਗਿਆ। ਕਾਗਜ਼ ਸਾਰਿਆਂ ਦਾ ਮਨ ਹੈਗਾ, ਸਾਰਿਆਂ ਦੇ ਮਨ ਉੱਤੇ ਕੁਝ ਨਾ ਕੁਝ ਲਿਖਿਆ ਹੁੰਦਾ ਹੈ, ਪਰ ਜਿਹੜੇ ਭਾਗਾਂ ਵਾਲੇ ਹੁੰਦੇ ਆ ਨਾ ਜੀ, ਉਹਨਾਂ ਦੇ ਮਨ ਉੱਤੇ ਗੁਰੂ ਦਾ ਜਸ ਲਿਖਿਆ ਹੁੰਦਾ ਜੀ। ਉਹਨਾਂ ਦੇ ਮਨ ਰੂਪੀ ਕਾਗਜ਼ ਉੱਤੇ ਵਾਹਿਗੁਰੂ ਜੀ ਦਾ ਨਾਮ ਲਿਖਿਆ ਹੁੰਦਾ ਹੈ ਤੇ ਬਹੁਤਿਆਂ ਦੇ ਕੂੜ ਕਬਾੜ ਕੂੜ ਤੂਫਾਨ ਲਿਖਿਆ ਹੁੰਦਾ ਜੀ। ਬਸ ਹਰ ਵਕਤ ਅੱਠੇ ਪੈਰ ਵਕਾਰ ਝੂਠ ਫਰੇਬ ਧੋਖਾ ਨਿੰਦਿਆ ਲਿਖੀ ਹੁੰਦੀ ਹੈ। ਭਾਈ ਸੰਤੋਖ ਸਿੰਘ ਜੀ ਸਾਨੂੰ ਸਾਰਿਆਂ ਨੂੰ ਸਿੱਖਿਆ ਦੇ ਰਹੇ। ਵੇਖੋ ਕਵੀ ਸੰਤੋਖ ਸਿੰਘ ਜੀ ਦਾ ਇੱਕ ਦੋਹਰਾ ਬੜਾ ਕੀਮਤੀ ਹੈ। ਲੋਕ ਨਿੰਦਿਆ ਤੇ ਝੱਟ ਕਰ ਦਿੰਦੇ ਆ,
ਇਹੋ ਜਿਹੀ ਰਚਨਾ ਨਹੀਂ ਕੋਈ ਕਰ ਸਕਦਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਆ, ਗੁਰੂ ਦੇ ਪਿਆਰਿਓ ਆਪਣੇ ਮਨ ਨੂੰ ਕਾਗਜ਼ ਬਣਾ ਲਓ ਤੇ ਸ੍ਰੇਸ਼ਟ ਬੁੱਧੀ ਦੀ ਸਿਆਹੀ ਬਣਾ ਲਓ, ਚੰਗੀ ਮੱਤ ਦੀ ਸਿਆਹੀ ਬਣਾਓ। ਹਾਂਜੀ। ਸ਼੍ਰੀ ਸਤਿਗੁਰ ਕੋ ਜਸ ਲਿਖੈ ਤਬਹਿ ਪਰਮ ਗਤ ਪਾਏ। ਤੇ ਫਿਰ ਲਿਖਣਾ ਕੀ ਹੈ? ਲਿਖਣਾ ਗੁਰੂ ਨਾਨਕ ਸਾਹਿਬ ਦਾ ਜਸ। ਹੁਣ ਤਿੰਨੋਂ ਚੀਜ਼ਾਂ ਚਾਹੀਦੀਆਂ, ਕਾਗਜ਼ ਚਾਹੀਦਾ, ਸਿਆਹੀ ਚਾਹੀਦਾ ਤੇ ਲਿਖਣਾ ਜੋ ਹੈ ਉਹ ਵੀ, ਬੋਲ ਵੀ ਚਾਹੀਦੇ ਆ। ਬੋਲਾਂ ਵਿੱਚ ਬੜੀ ਤਾਕਤ ਹੈ। ਮਨ ਜਿਹੜਾ ਹੈ ਇਹ ਕਾਗਜ਼ ਹੈ, ਚੰਗੀ ਮੱਤ ਸਾਡੀ ਸਿਆਹੀ ਹੈ। ਤੇ ਪਿਆਰਿਓ ਗੁਰੂ ਦੀ ਸਿਫਤ ਵਡਿਆਈ ਲਿਖਣੀ, ਇਹਦਾ ਭਾਵ ਕੀ ਹੈ? ਮਨ ਦੇ ਨਾਲ ਵਾਹਿਗੁਰੂ ਆਪਣੇ ਮਨ ਵਿੱਚ ਚੰਗੀ ਮੱਤ ਨਾਲ ਗੁਰੂ ਦੀਆਂ ਸਿਫਤਾਂ ਕਰਨੀਆਂ ਨੇ, ਗੁਰੂ ਦੀਆਂ ਸਿਫਤਾਂ ਕਰਨੀਆਂ, ਗੁਰੂ ਜੀ ਦੀ ਵਡਿਆਈ ਕਰਨੀ ਹੈ। ਚੌਪਈ ਸ਼੍ਰੀ ਗੁਰੂ ਨਾਨਕ ਕਿਰਪਾ ਨਿਧਾਨਾ ਇਉ ਉਪਦੇਸਿਓ ਤਤ ਗਿਆਨਾ। ਇਸ ਤਰੀਕੇ ਨਾਲ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤਤ ਗਿਆਨ ਦਾ ਉਪਦੇਸ਼ ਭਾਈ ਲਹਿਣਾ ਜੀ ਨੂੰ ਦਿੱਤਾ। ਕੀਤਕ ਬਹੁਰ ਬਿਤਾਇਓ ਕਾਲਾ। ਉਪਦੇਸ਼ ਦੇਣ ਤੋਂ ਬਾਅਦ ਕੁਝ ਸਮਾਂ ਇਸ ਤਰ੍ਹਾਂ ਲੰਘ ਗਿਆ ਜੀ। ਭਾਈ ਲਹਿਣਾ ਜੀ ਬੜੇ ਚਾਅ ਨਾਲ ਸੇਵਾ ਕਰਦੇ ਗੁਰੂ ਜੀ ਦੀ। ਹਾਂਜੀ। ਸੇਵਹਿ ਲਹਿਣਾ ਭਾਉ ਬੇਸਾਲਾ। ਤੇ ਸਾਧ ਸੰਗਤ ਜੀ ਭਾਈ ਲਹਿਣਾ ਜੀ ਬਹੁਤੇ ਹੀ ਪਿਆਰ ਨਾਲ ਸੇਵਾ ਕਰਦੇ ਆ। ਸਮੇਂ ਦੇ ਨਾਲ ਵੇਖਿਆ ਪ੍ਰੇਮੀਆਂ ਵਿੱਚ ਪਿਆਰ ਘਟਦਾ ਜਾਂਦਾ ਹੈ ਜੀ, ਪਰ ਜਿਨ੍ਹਾਂ ਉੱਤੇ ਬਖਸ਼ਿਸ਼ ਹੁੰਦੀ ਹੈ, ਜਿਨ੍ਹਾਂ ਉੱਤੇ ਮਿਹਰ ਹੁੰਦੀ ਹੈ, ਉਹਨਾਂ ਦਾ ਪਿਆਰ ਹਰ ਰੋਜ਼ ਵੱਧਦਾ ਹੈ। ਅਰਦਾਸ ਕਰੋ ਮਹਾਰਾਜ ਸਾਡਾ ਪਿਆਰ ਦਿਨੋਂ ਦਿਨ ਵਧੇ। ਭਾਈ ਲਹਿਣਾ ਜੀ ਦਾ ਪਿਆਰ ਜਿਹੜਾ ਦਿਨੋਂ ਦਿਨ ਗੁਰੂ ਸਾਹਿਬ ਨਾਲ ਵੱਧਦਾ ਜਾਵੇ। ਹਾਂਜੀ। ਜਿਉ ਤਰ ਸਾਖ ਨਿਵੈ ਫਲ ਪਾਈ। ਕਿਸ ਤਰੀਕੇ ਨਾਲ? ਕਹਿੰਦੇ ਜਿਵੇਂ ਕਿਸੇ ਟਾਹਣੀ ਨੂੰ ਫਲ ਲੱਗਦਾ ਨਾ ਸੰਗਤ ਜੀ, ਤੇ ਟਾਹਣੀ ਹੋਰ ਝੁਕ ਜਾਂਦੀ ਹੈ। ਹਾਂਜੀ। ਤੈਸੀ ਗਤ ਲਹਿਣੇ ਠਹਿਰਾਈ। ਬਸ ਉਹੋ ਹੀ ਹਿਸਾਬ ਕਿਤਾਬ ਭਾਈ ਲਹਿਣਾ ਜੀ ਦਾ ਜੀ, ਭਾਵ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ। ਪਿਆਰਿਓ ਵੇਖਿਆ ਜਿਨ੍ਹਾਂ ਦੇ ਜੀਵਨ ਵਿੱਚ ਕਮਾਈ ਹੈ, ਜਿਨ੍ਹਾਂ ਦੇ ਜੀਵਨ ਵਿੱਚ ਜਿਨ੍ਹਾਂ ਨੂੰ ਕੁਝ ਪ੍ਰਾਪਤੀ ਹੋਈ ਹੈ, ਉਹ ਆਕੜੇ ਨਹੀਂ ਜੀ, ਉਹ ਝੁਕ ਗਏ ਜੀ, ਉਹ ਝੁਕ ਗਏ ਜੀ। ਭਾਈ ਲਹਿਣਾ ਜੀ ਝੁਕ ਗਏ ਹੈ, ਹੋਰ ਨਿਮਰਤਾ ਵਿੱਚ ਆ ਗਏ। ਜਿਉਂ-ਜਿਉਂ ਪ੍ਰਾਪਤੀ ਹੁੰਦੀ ਹੈ, ਜਿਉਂ-ਜਿਉਂ ਮਹਾਰਾਜ ਜੀ ਦੀ ਸੇਵਾ ਕਰਦੇ ਹੈ, ਤਿਉਂ-ਤਿਉਂ ਹੋਰ ਨਿਮਰਤਾ ਵਿੱਚ ਆਈ ਜਾਂਦੇ ਜੀ। ਹਾਂਜੀ। ਦੇਖ ਨਿਮਰਤਾ ਪਰਮ ਕਨੇਰੀ। ਤੇ ਸਾਧ ਸੰਗਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਭਾਈ ਲਹਿਣਾ ਜੀ ਦੀ ਨਿਮਰਤਾ ਵੇਖਦੇ ਆ, ਕਨੇਰੀ ਵੇਖਦੇ ਆ, ਬਹੁਤੀ ਨਿਮਰਤਾ ਵੇਖਦੇ ਆ। ਬੜੀ ਨਿਮਰਤਾ ਨਾਲ ਸੇਵਾ ਕਰਦੇ, ਅੱਠੇ ਪੈਰ ਦਿਨ ਰਾਤ ਸੇਵਾ ਕਰਦੇ। ਸੰਗਤ ਜੀ ਬੋਲ ਮੈਂ ਵੀ ਦਿੱਤਾ ਤੇ ਸੁਣ ਤੁਸੀਂ ਵੀ ਲਿਆ ਜੀ, ਪਰ ਮੈਨੂੰ ਮਾਫ ਕਰਿਓ, ਨਿਰਾ ਪੜਨ ਸੁਣਨ ਤੇ ਬੋਲਣ ਨਾਲ ਗੱਲ ਨਹੀਂ ਬਣਨੀ। ਅਰਦਾਸ ਕਰੀਏ ਮਹਾਰਾਜ ਸਾਡੇ ਮਨ ਵਿੱਚ ਪਿਆਰ ਬਣੇ, ਸਾਡੇ ਮਨ ਵਿੱਚ ਪਿਆਰ ਪੈਦਾ ਕਰੋ ਮਹਾਰਾਜ। ਹਾਂਜੀ। ਦਿਨ ਪ੍ਰਤ ਕਿਰਪਾ ਸਵਾਏ ਬਧੇਰੀ। ਤੇ ਦਿਨੋਂ ਦਿਨ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਵਧਾਈ ਜਾਂਦੇ ਆ, ਕਿਰਪਾ ਵਧਾਈ ਜਾਂਦੇ ਭਾਈ ਲਹਿਣਾ ਜੀ ਉੱਤੇ। ਹਾਂਜੀ। ਅਜਰ ਜਰਨ ਲੱਛਣ ਪਹਿਚਾਨਾ। ਮਹਾਰਾਜ ਨੇ ਵੇਖਿਆ ਲਹਿਣਾ ਜੀ ਅਜਰ ਨੂੰ ਜਰ ਜਾਣਦੇ ਆ। ਇਹ ਲੱਛਣ ਹੁੰਦੇ ਤੇ ਵੱਡੇ ਪੁਰਸ਼ਾਂ ਦੇ, ਸਿਆਣੇ ਪੁਰਸ਼ਾਂ ਦੇ, ਉਹ ਜਿਹੜੀ ਗੱਲ ਨਹੀਂ ਜਰਨ ਵਾਲੀ ਹੁੰਦੀ ਉਹਨੂੰ ਵੀ ਜਰ ਲੈਂਦੇ ਆ ਉਹ। ਹਾਂਜੀ। ਅਧਿਕ ਪ੍ਰਸੀਤੇ ਸ੍ਰੀ ਗਤ ਦਾਨਾ। ਜਦੋਂ ਮਹਾਰਾਜ ਨੇ ਵੇਖਿਆ ਲਹਿਣਾ ਜੀ ਅਜਰ ਨੂੰ ਜਰ ਲੈਂਦੇ ਆ, ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ ਐ। ਮਹਾਰਾਜ ਨੇ ਹੋਰ ਖੁਸ਼ੀਆਂ ਕੀਤੀਆਂ। ਅਜਰ ਨੂੰ ਜਰਨਾ ਕੀ ਹੈ? ਜਿਹੜੀ ਚੀਜ਼ ਨਹੀਂ ਜਰੀ ਜਾਂਦੀ ਜੀ। ਕੱਲਾ ਸ਼ਕਤੀਆਂ ਹੀ ਨਹੀਂ, ਕਿਸੇ ਦੇ ਮਾੜੇ ਬੋਲ ਵੀ ਨਹੀਂ ਸਾਡੇ ਕੋਲੋਂ ਜਰੇ ਜਾਂਦੇ ਜੀ। ਹਾਂਜੀ। ਜੇ ਕੋਈ ਮਾੜੇ ਬੋਲ ਬੋਲ ਰਿਹਾ, ਸੇਵਾ ਕਰਨ ਵਾਲਾ ਜਰ ਜਾਵੇ ਜੀ, ਉਹਨੂੰ ਜੀ ਜਰ ਜਾਵੇ। ਜਰਿਆਂ ਬੜੀ ਵੱਡੀ ਪ੍ਰਾਪਤੀ ਹੋ ਜਾਂਦੀ ਜੀ। ਸਿਆਣਿਆਂ ਦੇ ਬੋਲ ਸੀ, ਜਿਹੜਾ ਜਰ ਗਿਆ
ਉਹ ਤਰ ਗਿਆ। ਜਿਹੜਾ ਜਰਦਾ ਉਹ ਤਰ ਜਾਂਦਾ ਜੀ। ਮਹਾਰਾਜ ਨੇ ਵੇਖਿਆ ਲਹਿਣਾ ਜੀ ਦੇ ਅੰਦਰ ਸ਼ਕਤੀਆਂ ਆਈਆਂ ਨੇ ਬੜੀਆਂ, ਪਰ ਲਹਿਣਾ ਜੀ ਇਹਨੂੰ ਜਰ ਗਏ ਆ, ਦੱਸਣ ਨਹੀਂ ਰਹੇ, ਰੌਲਾ ਨਹੀਂ ਪਾ ਰਹੇ। ਇਹ ਗੱਲ ਹੀ ਮਾਰਗ ਹੀ ਛੁਪਣ ਦਾ ਹੈ, ਇਹ ਰੌਲੇ ਦਾ ਮਾਰਗ ਨਹੀਂ ਹੈ। ਹਾਂਜੀ, ਇਸ ਬਿਦ ਕੋ ਰੁਖ ਜੋ ਗੁਰ ਕੇਰਾ। ਇਹ ਮਹਾਰਾਜ ਸੱਚੇ ਪਾਤਸ਼ਾਹ ਵੇਖ ਕੇ ਹੋਰ ਕਿਰਪਾ ਕਰਦੇ ਆ। ਸੰਗਤਾਂ ਹੁਣ ਨੋਟ ਕਰਦੀਆਂ, ਜਿਹੜੇ ਸਿਆਣੇ ਪ੍ਰੇਮੀ ਆ ਉਹ ਸਾਰੀ ਗੱਲ ਨੋਟ ਕਰ ਰਹੇ ਆ। ਹਾਂਜੀ, ਦਿਨ ਪ੍ਰਤ ਬਦੈ ਸਰਬ ਨੈ ਹੇਰਾ। ਉਹਨਾਂ ਵੇਖਿਆ ਵੀ ਦਿਨੋਂ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਝੁਕਾਓ ਹੈ ਉਹ ਲਹਿਣਾ ਜੀ ਵੱਲ ਵੱਧ ਰਿਹਾ ਜੀ। ਲਹਿਣਾ ਜੀ ਉੱਤੇ ਬੜੀਆਂ ਖੁਸ਼ੀਆਂ ਨੇ ਮਹਾਰਾਜ ਦੀਆਂ। ਹਾਂਜੀ, ਮਿਲਹਿ ਪਰਸ ਪਰ ਕਹੈ ਬਨਾਈ। ਪ੍ਰੇਮੀ ਸਿਆਣੇ ਸਿੱਖ ਹੈ ਨਾ ਜਿਹੜੇ, ਉਹ ਆਪਸ ਵਿੱਚ ਮਿਲਦੇ ਆ ਤੇ ਮਿਲ ਕੇ ਇਸ ਤਰ੍ਹਾਂ ਦੇ ਬਚਨ ਕਰਦੇ ਆ। ਹਾਂਜੀ, ਸ੍ਰੀ ਲਹਿਣੇ ਪਰ ਕਿਰਪਾ ਸਵਾਈ। ਭਾਈ ਲਹਿਣੇ ਦੇ ਉੱਤੇ ਮਹਾਰਾਜ ਦੀ ਬੜੀ ਕਿਰਪਾ ਹੈ, ਬੜੀ ਕਿਰਪਾ ਹੈ। ਸਵਾਈ ਦਾ ਅਰਥ ਥੋੜਾ ਨਹੀਂ ਹੁੰਦਾ, ਸਵਾਈ ਦਾ ਅਰਥ ਹੁੰਦਾ ਬਹੁਤਾ। ਬਹੁਤਾ ਆਪਾਂ ਕੜਾਹ ਪ੍ਰਸ਼ਾਦ ਲੈਨੇ ਕਹਿੰਦੇ ਸਵਾਇਆ ਦਿਓ, ਤੇ ਸਵਾਇਆ ਅਸੀਂ ਸਮਝ ਲੈਨੇ ਸਵਾਏ ਦਾ ਮਤਲਬ ਵੀ ਥੋੜਾ ਦਿਓ। ਅਸਲ ਵਿੱਚ ਸਵਾਏ ਦਾ ਅਰਥ ਹੈ ਬਹੁਤਾ। ਤੇ ਢਿੱਲੀ ਮੱਠੀ ਗੱਲ ਨਹੀਂ ਬੋਲਦੇ ਗੁਰੂ ਦੇ ਪਿਆਰੇ, ਇਸ ਕਰਕੇ ਥੋੜੇ ਨੂੰ ਵੀ ਸਵਾਇਆ ਹੀ ਕਹਿੰਦੇ ਆ। ਤੇ ਸਾਧ ਸੰਗਤ ਨਹੀਂ, ਉਂਝ ਸਵਾਏ ਦਾ ਅਰਥ ਹੈ ਬਹੁਤਾ। ਸੋ ਮਹਾਰਾਜ ਦੀ ਬਹੁਤੀ ਕਿਰਪਾ, ਬਹੁਤੀ ਕਿਰਪਾ। ਇਹ ਪ੍ਰੇਮੀਆਂ ਆਪਸ ਵਿੱਚ ਗੱਲ ਕਰਦੇ ਆ। ਹਾਂਜੀ, ਅਨੁਮਾਨਹਿ ਤੇ ਪਰੈ ਲਖਾਈ। ਹੁਣ ਉਹ ਮਿਲ ਮਿਲ ਕੇ ਪ੍ਰੇਮੀ ਸਿੱਖ ਜਿਹੜੇ ਆ ਉਹ ਅਨੁਮਾਨ ਵੀ ਲਾਉਂਦੇ ਆ, ਆਪਣੇ ਵਿਚਾਰ ਦੱਸਦੇ ਇੱਕ ਦੂਜੇ ਨੂੰ। ਹਾਂਜੀ, ਆਪਨੋ ਤਖਤ ਦੇਹ ਤੇਹ ਤਾਈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਗੱਲ ਤੇ ਖੁਸ਼ੀ ਦੀ ਹੁੰਦੀ ਹੈ। ਪ੍ਰੇਮੀ ਪਹਿਲਾਂ ਹੀ ਗੱਲਾਂ ਕਰ ਰਹੇ ਆ, ਕਹਿੰਦੇ ਆ ਜਿੰਨੇ ਖੁਸ਼ ਨੇ ਨਾ ਮਹਾਰਾਜ ਭਾਈ ਲਹਿਣਾ ਜੀ ਤੇ, ਇੰਜ ਲੱਗਦਾ ਜਿਵੇਂ ਆਪਣਾ ਤਖਤ ਭਾਈ ਲਹਿਣੇ ਨੂੰ ਦੇਣਾ ਮਹਾਰਾਜ ਨੇ, ਭਾਈ ਲਹਿਣੇ ਨੂੰ ਦੇਣਾ। ਹਾਂਜੀ, ਸ੍ਰੀ ਚੰਦ ਸੁਤ ਲਖਮੀ ਦਾਸੰ। ਸ੍ਰੀ ਚੰਦ ਜੀ ਤੇ ਲਖਮੀ ਦਾਸ ਭਾਵੇਂ ਮਹਾਰਾਜ ਦੇ ਪੁੱਤਰ ਹਨ। ਹਾਂਜੀ, ਤਿਨਹਿ ਦੇ ਕਛ ਨਹਿ ਪਰਵਾਸੰ। ਪਰ ਕੋਈ ਪਤਾ ਨਹੀਂ ਲੱਗਦਾ ਵੀ ਇਹਨਾਂ ਨੂੰ ਮਹਾਰਾਜ ਦੇਣਗੇ ਜਾਂ ਨਾ ਦੇਣਗੇ। ਹਾਂਜੀ, ਇਸ ਪ੍ਰਕਾਰ ਸ਼ੋਹਰਤ ਭਈ ਸਾਰੇ। ਇਸ ਤਰੀਕੇ ਨਾਲ ਗੱਲ ਮਸ਼ਹੂਰ ਹੋ ਗਈ ਜੀ, ਗੱਲ ਮਸ਼ਹੂਰ ਹੋ ਗਈ, ਪ੍ਰਸਿੱਧ ਹੋ ਗਈ। ਲੋਕ ਆਪਸ ਵਿੱਚ ਉੱਚੀ ਤੇ ਨਹੀਂ ਗੱਲ ਕਰਦੇ, ਪਰ ਆਪਸ ਵਿੱਚ ਗੱਲਾਂ ਕਰਦੇ ਵੀ ਗੁਰਤਾ ਗੱਦੀ ਦੀ ਜਿਹੜੀ ਵਡਿਆਈ ਹੈ ਉਹ ਮਹਾਰਾਜ ਨੇ ਭਾਈ ਲਹਿਣਾ ਜੀ ਨੂੰ ਦੇ ਦੇਣੀ ਹੈ। ਹਾਂਜੀ, ਬੈਠੇ ਆਪਹਿ ਬੀਚ ਉਚਾਰੇ। ਆਪਸ ਵਿੱਚ ਬੈਠ ਬੈਠ ਕੇ ਪ੍ਰੇਮੀ ਐਸੀਆਂ ਗੱਲਾਂ ਕਰਦੇ ਆ। ਹਾਂਜੀ, ਸਿੱਖੀ ਪਰਖੀ ਜਬਹਿ ਕਿਰਪਾਲਾ। ਫਿਰ ਕੀ ਗੱਲਾਂ ਕਰਦੇ ਆ, ਕਹਿੰਦੇ ਵੇਖੋ ਜਦੋਂ ਮਹਾਰਾਜ ਨੇ ਸਿੱਖੀ ਪਰਖੀ ਸੀਗੀ। ਹਾਂਜੀ, ਨਿਸ਼ਚਲ ਰਹਿਓ ਸਰਬਹੀ ਕਾਲਾ। ਤੇ ਭਾਈ ਲਹਿਣਾ ਜੀ ਅਡੋਲ ਰਹੇ ਆ, ਬਾਕੀ ਤੇ ਸਾਰੇ ਡੋਲੇ। ਇੱਕ ਭਾਈ ਲਹਿਣਾ ਜੀ ਸੀ ਜਿਹੜੇ ਅਡੋਲ ਰਹੇ ਆ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਅਡੋਲ ਰਹਿਣਾ ਬੜੀ ਵੱਡੀ ਗੱਲ। ਮੈਂ ਚਾਹਾਂ ਤਾਂ ਛੇਤੀ ਛੇਤੀ ਕਥਾ ਮੁਕਾ ਕੇ ਅੱਗੇ ਤੁਰੀ ਜਾ ਸਕਦਾ ਹੈ, ਪਰ ਇਹ ਗੱਲਾਂ ਬੜੀਆਂ ਕੀਮਤੀ 'ਚ। ਇੱਕ ਵਾਰੀ ਇਹ ਗੱਲ ਨਿਕਲ ਗਈ, ਮੁੜ ਨਹੀਂ 'ਚ ਗੱਲ ਆਉਂਦੀ ਛੇਤੀ, 5-6 ਸਾਲਾਂ ਬਾਅਦ ਆਏਗੀ। ਅਡੋਲ ਰਹਿਣਾ ਬੜੀ ਵੱਡੀ ਗੱਲ 'ਚ, ਹੌਸਲਾ ਨਾ ਡਲਾਉਣਾ ਜੀ, ਗੁਰੂ ਦੇ ਭਾਣੇ ਵਿੱਚ ਰਹਿਣਾ, ਅਡੋਲ ਮੱਤ ਕਰਕੇ ਰੱਖਣਾ ਬੜੀ ਵੱਡੀ ਗੱਲ। ਮੇਰੇ ਵਰਗਾ ਬੰਦਾ ਪਲ ਪਲ ਤੇ ਡੋਲ ਜਾਂਦਾ ਜੀ। ਆਪਾਂ ਪਲ ਪਲ ਤੇ ਡੋਲਣ ਵਾਲੇ ਬੰਦੇ ਆ, ਪਲ ਪਲ ਤੇ। ਹਾਂਜੀ, ਜਾਂ ਤੇ ਦੇਨ ਨਿਆਏ ਹੈ ਤਾਹੀ। ਇਸ ਕਰਕੇ ਸਾਰੇ ਆਪਸ ਵਿੱਚ ਗੱਲ ਕਰਦੇ ਵੀ ਨਿਆਤ ਇਹੋ ਹੀ ਹੈ ਵੀ ਜਿਹੜਾ ਸਿੱਖੀ ਵਿੱਚ ਪਾਸ ਹੋਇਆ, ਸਿੱਖੀ ਵਿੱਚ ਸਫਲ ਹੋਇਆ, ਗੱਦੀ ਉਹਨੂੰ ਮਿਲਣੀ ਹੈ। ਹਾਂਜੀ, ਅਚਰਜ ਕਿਛ ਨਾ ਲਖੋ ਮਨ ਮਾਹੀ। ਮਤਲਬ ਇਹ ਲੁਕੀ ਛੁਪੀ ਗੱਲ ਨਹੀਂ ਸੀ ਹੈਗੀ। ਸਾਰੇ ਕਹਿੰਦੇ ਹੁਣ ਤੇ ਪ੍ਰਗਟ ਹੀ ਹੈ, ਗੁਰਤਾ ਗੱਦੀ ਦਾ ਤਖਤ ਮਹਾਰਾਜ ਨੇ ਭਾਈ ਲਹਿਣਾ ਜੀ ਨੂੰ ਦੇਣਾ ਜੀ। ਹਾਂਜੀ, ਸੁਣੀ ਸੁਲਖਣੀ ਸੁਧ ਅਸ ਕਾਨਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਜਦੋਂ ਇਹ ਗੱਲ ਜਗਤ ਮਾਤਾ ਸੁਲੱਖਣੀ ਜੀ ਨੇ ਸੁਣੀ, ਹਾਂਜੀ, ਹਿਰਦੇ ਉਪਜਿਓ ਖੂਬ ਮਹਾਨਾ। ਹੁਣ ਉਹਨਾਂ ਦੇ ਮਨ 'ਚ ਪੁੱਤਰਾਂ ਨਾਲ ਪਿਆਰ ਹੈ,
ਤੇ ਹਿਰਦੇ ਵਿੱਚ ਨਾ ਬੜਾ ਦੁੱਖ ਜਿਹਾ ਹੋਇਆ ਜੀ ਉਹਨਾਂ ਨੂੰ। ਹਾਂਜੀ। ਚਿੰਤਾ ਤੁਰ ਹੋਏ ਤੂਰਨ ਆਈ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਬੈਠੇ ਐ। ਮਾਤਾ ਸੁਲੱਖਣੀ ਜੀ ਬੜੀ ਚਿੰਤਾ ਵਿੱਚ ਮਹਾਰਾਜ ਜੀ ਦੇ ਕੋਲ ਆਏ ਜੀ। ਹਾਂਜੀ। ਜਹ ਧਰਮਸਾਲ ਹੁਤੇ ਜਗ ਸਾਈ। ਜਿੱਥੇ ਧਰਮਸ਼ਾਲਾ ਵਿੱਚ ਮਹਾਰਾਜ ਬੈਠੇ ਸਨ ਨਾ, ਮਾਤਾ ਸੁਲੱਖਣੀ ਜੀ ਬਜ਼ੁਰਗ ਸਰੀਰ ਹੋਇਆ, ਮਾਤਾ ਜੀ ਮਹਾਰਾਜ ਜੀ ਦੇ ਕੋਲ ਆਏ ਜੀ। ਹਾਂਜੀ। ਦੁਐ ਸੁਤ ਬੈਠੇ ਤਹਾਂ ਸਮੀਪਾ। ਤੇ ਮਹਾਰਾਜ ਦੇ ਦੋਵੇਂ ਪੁੱਤਰ ਵੀ ਉੱਥੇ ਬੈਠੇ ਜੀ, ਸ੍ਰੀ ਚੰਦ ਜੀ ਤੇ ਲਖਮੀ ਦਾਸ ਜੀ ਵੀ ਉੱਥੇ ਬੈਠੇ ਆ। ਹਾਂਜੀ। ਸੇਵਹਿ ਪਦ ਤੇ ਹਣ ਕੁਲ ਦੀਪਾ। ਤੇ ਵੇਖੋ ਸੇਵਕ ਸੇਵਕ ਹੀ ਹੈ, ਪੁੱਤਰ ਲਾਗੇ ਬੈਠੇ ਆ ਤੇ ਭਾਈ ਲਹਿਣਾ ਜੀ ਮਹਾਰਾਜ ਦੇ ਚਰਨ ਘੁੱਟ ਰਹੇ ਆ ਜੀ, ਚਰਨ ਘੁੱਟ ਰਹੇ ਆ। ਹਾਂਜੀ। ਔਰ ਸਿੱਖ ਕੇਤਕ ਨਿਜ ਕਾਨੇ। ਹੋਰ ਬੜੇ ਨਿਜਕਾਨੇ ਨਿੱਜੀ ਸਿੱਖ ਜਿਹੜੇ ਆ, ਬਾਬਾ ਬੁੱਢਾ ਸਾਹਿਬ ਜੀ ਜੈਸੇ, ਭਾਈ ਜੋਧ ਜੀ ਜੈਸੇ, ਉਹ ਮਹਾਰਾਜ ਜੀ ਦੇ ਕੋਲ ਬੈਠੇ ਆ। ਹਾਂਜੀ। ਤਹ ਚੱਲ ਆਈ ਮਨ ਮੁਰਝਾਨੇ। ਤੇ ਮਾਤਾ ਜੀ ਆਪਣਾ ਮਨ ਮੁਰਝਾਇਆ ਹੋਇਆ ਮਨ ਲੈ ਕੇ ਹਜੂਰ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆਏ ਜੀ। ਹਾਂਜੀ। ਬੈਠ ਸਮੀਪ ਕਹੀ ਅਸ ਬਾਨੀ। ਤੇ ਮਾਤਾ ਜੀ ਨੇ ਵੇਖੋ ਗੱਲ ਕਿਵੇਂ ਤੋਰੀ। ਬੀਬੀਆਂ ਨੂੰ ਗੱਲ ਕਰਨ ਦਾ ਤਰੀਕਾ ਹੁੰਦਾ ਹੈ, ਤੇ ਮਾਤਾ ਸੁਲੱਖਣੀ ਜੀ ਤੇ ਵੈਸੇ ਬੜੇ ਸਿਆਣੇ ਆ। ਤੇ ਮਾਤਾ ਸੁਲੱਖਣੀ ਜੀ ਬੈਠ ਕੇ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਸੁਨ ਸ਼੍ਰੀ ਚੰਦ ਪਿਤਾ ਗੁਣ ਖਾਨੀ। ਕਹਿਣ ਲੱਗੇ ਸ਼੍ਰੀ ਚੰਦਰ ਦੇ ਪਿਤਾ ਜੀ, ਵੇਖੋ ਕਹਿਣ ਲੱਗੇ ਸ਼੍ਰੀ ਚੰਦਰ ਦੇ ਪਿਤਾ ਜੀ, ਤੁਸੀਂ ਗੁਣਾਂ ਦੀ ਖਾਣ ਹੋ, ਤੁਹਾਡੇ ਵਿੱਚ ਬੜੇ ਗੁਣ ਨੇ, ਮੇਰੀ ਬੇਨਤੀ ਸੁਣੋ। ਕਿਉਂ ਵਿਪਰੀਤ ਆਪ ਮਨ ਠਾਨੀ। ਆ ਵਿਪਰੀਤ ਕੰਮ ਕਿਉਂ ਸ਼ੁਰੂ ਕੀਤਾ, ਪੁੱਠਾ ਕੰਮ ਕਿਉਂ ਸ਼ੁਰੂ ਕੀਤਾ। ਕਰਹੁ ਰੀਤ ਜਗ ਪਰਮ ਸੁਹਾਨੀ। ਜਿਵੇਂ ਕਰੋ ਰੀਤ, ਜਿਵੇਂ ਜਗਤ ਵਿੱਚ ਚੱਲਦਾ ਉਵੇਂ ਕਰੋ ਤੁਸੀਂ ਵੀ। ਹਾਂਜੀ। ਸਭ ਬਿਦ ਲਾਇਕ ਤਾਤ ਤੁਮਾਰੇ। ਜਿਵੇਂ ਜਗਤ ਵਿੱਚ ਚੱਲਦਾ, ਕਿਵੇਂ। ਕਹਿਣ ਲੱਗੇ ਜੀ ਵੇਖੋ ਤੁਹਾਡੇ ਪੁੱਤਰ ਜਿਹੜੇ ਆ ਉਹ ਹਰ ਤਰ੍ਹਾਂ ਨਾਲ ਲਾਇਕ ਨੇ, ਯੋਗ ਨੇ। ਹਾਂਜੀ। ਪ੍ਰੀਤ ਨਾ ਕਰਹੁ ਤਿਨਹੁ ਸੰਗਾਰੇ। ਪਰ ਤੁਸੀਂ ਤੇ ਆਪਣੇ ਪੁੱਤਰਾਂ ਨਾਲ ਪਿਆਰ ਹੀ ਨਹੀਂ ਕਰਦੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸੰਗਤ ਜੀ ਇਹ ਭੁਲੇਖਾ ਵੀ ਮਹਾਰਾਜ ਪਿਆਰ ਨਹੀਂ ਕਰਦੇ, ਪਿਆਰ ਤੇ ਕਰਦੇ ਆ ਪਰ ਪਿਤਾ ਵਾਲਾ ਕਰਦੇ ਆ, ਭਾਈ ਲਹਿਣਾ ਜੀ ਨਾਲ ਗੁਰੂਆਂ ਵਾਲਾ ਕਰਦੇ ਆ। ਹਾਂਜੀ। ਜਗ ਮੈਂ ਜਿਨ ਤੇ ਬੰਸ ਬਦੇਰਾ। ਮਾਤਾ ਸੁਲੱਖਣੀ ਜੀ ਕਹਿਣ ਲੱਗੇ ਜੀ ਵੇਖੋ ਜਗਤ ਦੇ ਵਿੱਚ ਜਿਨ੍ਹਾਂ ਕਰਕੇ ਸਾਡਾ ਵੰਸ਼ ਵਧਣਾ ਹੈ। ਹਾਂਜੀ। ਸੋ ਜਸ ਹੋਏ ਸਭ ਵਿਖੇ ਕਨੇਰਾ। ਤੇ ਜਿਨ੍ਹਾਂ ਤੋਂ ਵੰਸ਼ ਵੱਧਦਾ ਹੈ, ਜਿਨ੍ਹਾਂ ਤੋਂ ਜਸ ਹੁੰਦਾ ਹੈ, ਆਸੇ ਪਾਸੇ ਸਿਫਤਾਂ ਹੁੰਦੀਆਂ ਹੈ, ਤਾਰੀਫ ਹੁੰਦੀ ਹੈ। ਰਹੇ ਨਾਮ ਜਿਨ ਤੇ ਬਖਿਆਤੀ। ਜਿਨ੍ਹਾਂ ਕਰਕੇ ਨਾਮ ਜਗਤ ਵਿੱਚ ਰਹਿੰਦਾ। ਆਮ ਗ੍ਰਸਤੀਆਂ ਦਾ ਨਾਮ ਸੰਗਤ ਦੀ ਪੁੱਤਰਾਂ ਕਰਕੇ ਰਹਿੰਦਾ ਹੈ, ਸੰਤਾਨ ਕਰਕੇ ਨਾਮ ਰਹਿੰਦਾ। ਫਲਾਣੇ ਦੀ ਧੀ ਹੈ, ਫਲਾਣੇ ਦਾ ਪੁੱਤ ਹੈ, ਅੱਗੋਂ ਕੁੱਲ ਚੱਲਦੀ ਹੈ। ਹਾਂਜੀ। ਮੁਕੇ ਕੀ ਕੁਲ ਜਗਤ ਸੁਹਾਤੀ। ਕਹਿੰਦੇ ਵੇਖੋ ਫਲਾਣੇ ਮਨੁੱਖ ਦੀ ਸ਼ੋਭਾ ਜਗਤ ਵਿੱਚ ਕਿੰਨੀ ਹੈ, ਉਹਦੀ ਕੁੱਲ ਕਰਕੇ ਹੀ ਹੈ ਨਾ। ਹਾਂਜੀ। ਅਸ ਗੁਣਕਾਰ ਸੁਤਨ ਕੋ ਤਿਆਗਾ। ਤੇ ਤੁਹਾਡੇ ਪੁੱਤਰ ਤੇ ਬੜੇ ਗੁਣਵਾਨ ਨੇ ਮਹਾਰਾਜ, ਤੇ ਆਪਣੇ ਗੁਣੀ ਪੁੱਤਰਾਂ ਨੂੰ ਤੁਸੀਂ ਛੱਡ ਕੇ ਕਰਹੁ ਦਾਸ ਪਰ ਬਹੁ ਅਨੁਰਾਗਾ। ਤੇ ਮੈਨੂੰ ਪਤਾ ਲੱਗਾ ਤੁਸੀਂ ਸੇਵਕ ਨਾਲ ਬੜਾ ਪਿਆਰ ਕਰਦੇ ਹੋ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਆਪਣੇ ਸੇਵਕ ਨਾਲ ਬੜਾ ਪਿਆਰ ਕਰਦੇ ਤੇ ਲਹਿਣਾ ਜੀ ਦੇ ਨਾਲ। ਇਹ ਕੋਈ ਲੁਕੀ ਛੁਪੀ ਗੱਲ ਥੋੜੀ ਸੀਗੀ ਸੰਗਤ ਜੀ। ਹਾਂਜੀ। ਦੋਹਰਾ ਬਹੁਰ ਕਲਾ ਨਿਜ ਵਸਤ ਜੋ ਦਈ ਚਾਹਤ ਹੋ ਤਾਹੇ। ਹਾਂਜੀ। ਤਾਤਨ ਤੇ ਅਧਿਕਾਏ ਕਰ ਬੈਠਾ ਰਹੋ ਜਗ ਮਾਹੇ। ਮੈਨੂੰ ਤੇ ਵੀ ਪਤਾ ਲੱਗਾ ਲੋਕ ਗੱਲਾਂ ਕਰਦੇ ਆ ਕਿ ਆਪਣੀ ਨਿੱਜੀ ਸ਼ਕਤੀ, ਗੁਰਤਾ, ਗੱਦੀ ਜਿਹੜੀ ਹੈ ਉਹ ਤੁਸੀਂ ਦਾਸ ਨੂੰ ਦੇਣਾ ਚਾਹੁੰਦੇ ਹੋ ਤੇ ਪੁੱਤਰਾਂ ਤੋਂ ਵੱਡੀ ਥਾਂ ਤੇ ਉਹਨਾਂ ਨੂੰ ਬਿਠਾਉਣਾ ਚਾਹੁੰਦੇ ਹੋ। ਹਾਂਜੀ। ਚਉਪਈ ਅਵਤਾਰਾਦਿਕ ਭਏ ਅਗਾਰੀ।
ਕਿਨਹੋ ਨਾ ਕਬ ਐਸੀ ਮਤ ਧਾਰੀ। ਤੇ ਮਾਤਾ ਜੀ ਆ ਕੇ ਕਹਿ ਰਹੇ, ਮਾਤਾ ਜੀ ਕਹਿੰਦੇ ਮਹਾਰਾਜ ਅੱਗੇ ਵੀ ਤੇ ਅਵਤਾਰੀ ਪੁਰਸ਼ ਹੋਏ ਆ, ਤੇ ਅੱਜ ਤੱਕ ਕਦੀ ਕਿਸੇ ਅਵਤਾਰੀ ਨੇ ਐਸਾ ਨਹੀਂ ਕੀਤਾ, ਕਦੀ ਕਿਸੇ ਅਵਤਾਰ ਨੇ ਐਸਾ ਨਹੀਂ ਕੀਤਾ ਕਿ ਆਪਣੀ ਥਾਂ ਤੇ ਸੇਵਕਾਂ ਨੂੰ ਬਿਠਾਇਆ ਹੋਵੇ ਤੇ ਪੁੱਤਰਾਂ ਨੂੰ ਛੱਡ ਦਿੱਤਾ ਹੋਵੇ ਜੀ। ਸੰਗਤ ਜੀ ਮਾਤਾ ਦੀ ਗੱਲ ਠੀਕ ਵੀ ਹੈ, ਮਾਤਾ ਜੀ ਦੀ ਅੱਜ ਤੱਕ ਕਿਸੇ ਅਵਤਾਰ ਨੇ ਐਸਾ ਕੀਤਾ ਵੀ ਨਹੀਂ ਜੀ। ਕੌਣ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਰਗਾ, ਸੇਵਕਾਂ ਨੂੰ ਮਾਣ ਦੇਣ ਵਾਲੇ, ਦਾਸਾਂ ਨੂੰ ਵਡਿਆਈ ਦੇਣ ਵਾਲੇ। ਹਾਂਜੀ, ਹੋਤ ਸੁਤਨ ਕੇ ਦਾਸ ਬਧਾਵਾ। ਕਹਿਣ ਲੱਗੇ ਜਾਂ ਫਿਰ ਕਿਸੇ ਨੇ ਵਡਿਆਈ ਦਿੱਤੀ, ਉਹਨਾਂ ਦੇ ਪੁੱਤ ਨਹੀਂ ਸੀ ਹੈਗੇ, ਉਹਨਾਂ ਤਾਂ ਦਾਸਾਂ ਨੂੰ ਵਡਿਆਈ ਦਿੱਤੀ। ਤੁਹਾਡੇ ਤੇ ਪੁੱਤਰ ਹੈਗੇ ਆ, ਇੱਕ ਦੇ ਵੀ 2 ਪੁੱਤ ਹੈ ਤੁਹਾਡੇ, ਪਰ ਤੁਸੀਂ ਸੇਵਕ ਨੂੰ ਵਡਿਆਈ ਦੇ ਰਹੇ ਹੋ। ਹਾਂਜੀ, ਨਿਜ ਅਸਥਾਨੇ ਤਾਹੇ ਬੈਠਾਵਾ। ਉਹ ਤਾਂ ਦਾਸ ਨੂੰ ਬਿਠਾਉਂਦੇ ਜੇ ਕੋਈ ਧੀ ਪੁੱਤ ਨਾ ਹੋਵੇ। ਹਾਂਜੀ, ਬਾਤ ਨਾ ਨੀਕੀ ਲੇਹੋ ਵਿਚਾਰੀ। ਬਾਕੀ ਇਹ ਕੋਈ ਗੱਲ ਏਡੀ ਵਧੀਆ ਨਹੀਂ ਹੈਗੀ, ਮਾਤਾ ਜੀ ਕਹਿਣ ਲੱਗੇ ਵਿਚਾਰ ਕਰਕੇ ਵੇਖ ਲਓ। ਹਾਂਜੀ, ਜਿਉ ਹਿਰਦੇ ਇਉ ਚਾਹੇ ਤੁਮਾਰੀ। ਅੱਗੋਂ ਜੇ ਤੁਹਾਡੇ ਹਿਰਦੇ ਵਿੱਚ ਇਹ ਚਾਹ ਹੈ ਵੀ ਔਲਾਦ ਐਵੇਂ ਹੀ ਰਹੇ ਤੇ ਵੇਖ ਲਓ, ਤੁਹਾਡੀ ਮਰਜ਼ੀ ਹੈ। ਹਾਂਜੀ, ਸੰਤਤ ਚਿਤ ਮੈਂ ਤਪ ਹੈ ਨੀਤੀ। ਪਰ ਚੇਤਾ ਰੱਖਿਓ ਮਹਾਰਾਜ, ਤੁਹਾਡੇ ਪੁੱਤਰ ਹਮੇਸ਼ਾ ਤਪਦੇ ਰਹਿਣਗੇ। ਉਹਨਾਂ ਦੇ ਮਨ ਵਿੱਚ ਆਏਗਾ ਕਿ ਸੇਵਕ ਨੂੰ ਵਡਿਆਈ ਦਿੱਤੀ, ਸਾਨੂੰ ਨਹੀਂ ਦਿੱਤੀ। ਹਾਂਜੀ, ਸੁਖ ਨਹਿ ਪਾਵਹਿ ਪਿਖੇ ਅਨੀਤੀ। ਉਹ ਸੁੱਖ ਨਹੀਂ ਪਾਉਣਗੇ ਉਹਨਾਂ ਨੇ ਜਦੋਂ ਇਹ ਅਨੀਤੀ ਵੇਖੀ ਤੁਹਾਡੇ ਪੁੱਤਰਾਂ ਨੇ। ਹਾਂਜੀ, ਭਗਤ ਵਛਲ ਸੁਨ ਕੇ ਅਸਬਾਨੀ। ਹਾਂਜੀ। ਕਿਤਕ ਕਾਲ ਲਓ ਤੂਸ਼ਨ ਠਾਨੀ। ਤੇ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਨੇ ਮਾਤਾ ਜੀ ਦੀਆਂ ਗੱਲਾਂ ਸੁਣੀਆਂ ਜੀ, ਬੜੇ ਧੀਰਜ ਨਾਲ ਸੁਣੀਆਂ। ਸਿਆਣੇ ਰੱਬੇ ਪੁਰਸ਼ਾਂ ਵਿੱਚ ਧੀਰਜ ਬੜਾ ਹੁੰਦਾ ਜੀ, ਬੜਾ ਧੀਰਜ ਹੁੰਦਾ। ਬੜੇ ਧੀਰਜ ਨਾਲ ਬਚਨ ਸੁਣੇ ਤੇ ਮੁੱਖੋਂ ਨਹੀਂ ਕੋਈ ਬਚਨ ਕੀਤਾ ਛੇਤੀ ਜੀ। ਤੇ ਮਹਾਰਾਜ ਨੇ ਕਿਹਾ ਸੁਲੱਖਣੀ ਜੀ ਨੂੰ ਵਿਖਾ ਹੀ ਦਈਏ ਕੌਣ ਲਾਇਕ ਹੈਗਾ ਤੇ ਕੌਣ ਨਹੀਂ ਹੈਗਾ ਜੀ। ਹਾਂਜੀ, ਤੇਹ ਛਿਨ ਲੈ ਮੂਖਕ ਮੰਜਾਰੀ। ਉਸ ਸਮੇਂ ਨਾ ਜੀ ਮਹਾਰਾਜ ਦੇ ਸਾਹਮਣੇ ਉਹ ਧਰਮਸ਼ਾਲਾ ਵਿੱਚ ਇੱਕ ਬਿੱਲੀ ਆਈ ਜੀ, ਤੇ ਬਿੱਲੀ ਨੇ ਆਪਣੇ ਮੂੰਹ ਵਿੱਚ ਚੂਹੀ ਰੱਖੀ ਹੋਈ ਸੀਗੀ ਜੀ। ਹਾਂਜੀ, ਅਰਧ ਚਰਬ ਕਰ ਗੇਰ ਅਗਾਰੀ। ਅੱਧੀ ਚੱਬੀ ਸੀ ਤੇ ਅੱਧੀ ਉਵੇਂ ਪਈ ਸੀ, ਮਤਲਬ ਜਿਵੇਂ ਫੜੀ ਸੀ ਤੁਸੀਂ ਹਿਸਾਬ ਲਾ ਲਓ। ਤੇ ਉਹਨੇ ਪਤਾ ਕੀ ਕੀਤਾ ਜੀ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਚੂਹੀ ਸੁੱਟ ਗਈ ਜੀ ਬਿੱਲੀ। ਹਾਂਜੀ, ਸਿੱਖਨ ਡਰਾਈ ਭੈ ਕਰ ਭਾਗੀ। ਸਿੱਖਾਂ ਨੇ ਬਿੱਲੀ ਨੂੰ ਡਰਾਤਾ, ਬਿੱਲੀ ਭੱਜ ਗਈ ਪਰ ਚੂਹੀ ਛੱਡ ਗਈ ਜੀ ਉੱਥੇ। ਹਾਂਜੀ, ਮੂਖਕ ਪਰੀ ਰਹੀ ਤਹਿ ਆਗੀ। ਉਹ ਚੂਹੀ ਹੁਣ ਉੱਥੇ ਮਰੀ ਪਈ ਹੈ। ਹਾਂਜੀ, ਕਿਰਪਾ ਨਿਧਾਨ ਜਬਹਿ ਚਖ ਦੇਖੀ। ਜਦੋਂ ਕਿਰਪਾ ਦੇ ਖਜ਼ਾਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਮਰੀ ਹੋਈ ਚੂਹੀ ਵੇਖੀ ਜੀ ਸਾਹਮਣੇ। ਹਾਂਜੀ, ਕਰਨ ਸੁਲਖਣੀ ਨਿਸ਼ਾ ਵਿਸ਼ੇਖੀ। ਮਹਾਰਾਜ ਨੇ ਕਿਹਾ ਵੀ ਹੁਣ ਸੁਲੱਖਣੀ ਜੀ ਦੀ ਤਸੱਲੀ ਕਰਾਉਣ ਦਾ ਸਮਾਂ ਆ ਗਿਆ ਜੀ। ਹਾਂਜੀ, ਸ੍ਰੀ ਚੰਦਰ ਸੋ ਗਿਰਾ ਅਲਾਈ। ਮਹਾਰਾਜ ਸ੍ਰੀ ਚੰਦਰ ਜੀ ਨੂੰ ਕਹਿਣ ਲੱਗੇ ਵੱਡੇ ਪੁੱਤਰ ਨੂੰ। ਹਾਂਜੀ, ਮੂਖਕ ਪਰੀ ਨਾ ਭਲ ਇਹ ਥਾਈ। ਮਹਾਰਾਜ ਕਹਿਣ ਲੱਗੇ ਸ੍ਰੀ ਚੰਦ ਇੱਥੇ ਆ ਬਿੱਲੀ ਵਾਹਿਗੁਰੂ ਚੂਹੀ ਪਈ ਚੰਗੀ ਨਹੀਂ ਲੱਗਦੀ। ਹਾਂਜੀ, ਨਿਜ ਕਰ ਸੰਗ ਉਚਾਏ ਲੈ ਜਾਵਹੋ। ਆਪਣੇ ਹੱਥਾਂ ਨਾਲ ਫੜੋ ਤੇ ਬਾਹਰ ਰੱਖ ਆਓ ਚੂਹੀ। ਹਾਂਜੀ, ਬਾਹਰ ਦਰ ਗੇਰਹੁ ਪੁਨ ਆਵਹੋ। ਬਾਹਰ ਦਰਵਾਜ਼ੇ ਦੇ ਬਾਹਰ ਸੁੱਟ ਕੇ ਆਇਓ, ਇਹ ਚੂਹੀ ਇੱਥੋਂ ਚੁੱਕ ਲਓ। ਹਾਂਜੀ, ਸ੍ਰੀ ਚੰਦ ਸੁਨ ਬੈਨ ਅਲਾਏ। ਸੁਣ ਕੇ ਸ੍ਰੀ ਚੰਦਰ ਜੀ ਇਸ ਤਰ੍ਹਾਂ ਕਹਿਣ ਲੱਗੇ ਜੀ। ਹਾਂਜੀ, ਦੇਖੇ ਮੈਂ ਇਸ ਟੀ ਬਹੁ ਥਾਏ। ਕਹਿਣ ਲੱਗੇ ਮਹਾਰਾਜ ਮੈਂ ਮਦਾਰੀ ਬੜੇ ਵੇਖੇ ਹੈ। ਹੁਣ ਵੇਖਿਓ ਸ੍ਰੀ ਚੰਦਰ ਜੀ ਨੇ ਕੀ ਆਖਿਆ। ਅਸਲ ਵਿੱਚ ਬਾਬਾ ਸ੍ਰੀ ਚੰਦਰ ਜੀ ਸਾਧ ਸੰਗਤ ਜੀ ਇਹ ਗੁਰਤਾ ਗੱਦੀ ਦੀ ਜਿਹੜੀ ਵਡਿਆਈ ਹੈ ਇਹ ਹੋਰ ਹੈ ਵਡਿਆਈ। ਬਾਬਾ ਸ੍ਰੀ ਚੰਦਰ ਦਾ ਹਿਸਾਬ ਹੋਰ ਹੈ। ਗੁਰਤਾ ਗੱਦੀ ਦੀ ਵਡਿਆਈ ਧੁਰੋਂ ਗੁਰੂ ਅੰਗਦ ਦੇਵ ਸਾਹਿਬ ਲੈ ਕੇ ਆਏ। ਕਹਿਣ ਲੱਗੇ ਮਹਾਰਾਜ ਮੈਂ ਬੜੇ ਮਦਾਰੀ ਵੇਖੇ ਆ ਥਾਂ ਥਾਂ ਤੇ।
ਹਾਂਜੀ। ਖਾਲਨ ਕੀ ਮੰਜਾਰ ਬਨਾਵਤ, ਖਲ ਦੀ ਬਿੱਲੀ ਬਣਾ ਦਿੰਦੇ ਆ, ਖਲ ਪਾ ਦਿੰਦੇ ਆ। ਹਾਂਜੀ। ਪੰਖ ਕਬੂਤਰ ਕਰਹਿ ਉਡਾਵਤ, ਤੇ ਖੰਭਾਂ ਦਾ ਕਬੂਤਰ ਬਣਾ ਕੇ ਉਹ ਉਡਾਈ ਫਿਰਦੇ ਆ, ਮਦਾਰੀਆਂ ਦਾ ਕੰਮ ਹੁੰਦਾ। ਹਾਂਜੀ। ਕਰਹੋ ਰੀਤ ਕਛ ਤਨਹਿ ਸਮਾਨਾ, ਤੇ ਵੇਖ ਲਓ ਸ੍ਰੀ ਚੰਦਰ ਜੀ ਨੂੰ ਉਸ ਸਮੇਂ ਜੋ ਪਰਮੇਸ਼ਰ ਦੀ ਖੇਡ ਸੀ, ਕਹਿਣ ਲੱਗੇ ਮਹਾਰਾਜ ਤੁਸੀਂ ਵੀ ਉਹਨਾਂ ਵਰਗੀ ਰੀਤੀ ਕਰਦੇ ਹੋ, ਮਦਾਰੀਆਂ ਵਾਲੀ। ਹਾਂਜੀ। ਠਟਿਓ ਕਪਟ ਤੁਮ ਮੈਂ ਮਨ ਜਾਨਾ, ਇਹਦੇ ਵਿੱਚ ਵੀ ਤੁਹਾਡੀ ਕੋਈ ਖੇਡ ਹੈ, ਖੇਡ ਹੈ, ਮੈਂ ਤਾਂ ਆਪਣੇ ਮਨ 'ਚ ਇਸ ਤਰ੍ਹਾਂ ਸਮਝਦਾ। ਹਾਂਜੀ। ਸ਼ੂਕਰ ਕੂਕਰ ਨਿਜ ਸੰਗ ਲਾਏ, ਕਦੇ ਤੁਸੀਂ ਸੂਕਰ ਸੂਰ ਕੁੱਤੇ ਆਪਣੇ ਨਾਲ ਲੈ ਕੇ ਜਾਂਦੇ ਹੋ। ਹਾਂਜੀ। ਵਹਿਰ ਫਿਰੇ ਸਭ ਕੋ ਦਿਖਰਾਏ, ਫਿਰ ਬਾਹਰ ਖਿਲਾਰ ਕੇ ਮੁਰਦਾ ਵਿਖਾਉਂਦੇ ਹੋ। ਹਾਂਜੀ। ਕਰਕੇ ਦਇਓ ਹੈ ਤਾਵਲ ਸੋਈ, ਬਾਅਦ ਚੋਂ ਕਰਕੇ ਦਿਓ ਤੇ ਹਾਵਲ ਸੋਈ, ਬਾਅਦ ਚੋਂ ਤੁਸੀਂ ਕੜਾਹ ਪ੍ਰਸ਼ਾਦ ਬਣਾ ਦਿੰਦੇ ਜੇ ਉਹਦਾ। ਹਾਂਜੀ। ਕੋ ਐਸੋ ਛਲ ਬਹੁਰੋ ਹੋਈ, ਉਹੋ ਜਿਹਾ ਹੀ ਕੋਈ ਛਲ ਫਿਰ ਹੋਏਗਾ। ਹਾਂਜੀ। ਮੁਝ ਬਿਲੋਕ ਨੇ ਚਾਹੇ ਨਾ ਕੋਈ, ਤੇ ਸ੍ਰੀ ਚੰਦਰ ਕਹਿਣ ਲੱਗੇ ਮਹਾਰਾਜ ਮੈਨੂੰ ਤੁਹਾਡਾ ਕੋਤਕ ਵੇਖਣ ਦੀ ਕੋਈ ਇੱਛਾ ਨਹੀਂ ਹੈਗੀ। ਹਾਂਜੀ। ਹੋ ਨਾ ਉਹ ਚਾਵੋ ਮਿਰਤਕ ਜੋਈ, ਹੋ ਨਾ ਉਚਾਵੋ ਮਿਰਤਕ ਜੋਈ, ਇਹ ਚੋਈ ਮਰੀ ਹੈ, ਮੈਂ ਕਿਵੇਂ ਚੁੱਕਾਂ। ਹਾਂਜੀ। ਅਸ ਕਹਿ ਤੂਸ਼ਨ ਮੁਖ ਤੇ ਠਾਨੀ, ਇਹ ਬਚਨ ਕੀਤਾ ਤੇ ਸ੍ਰੀ ਚੰਦਰ ਜੀ ਚੁੱਪ ਕਰਕੇ ਲਾਗੇ ਬੈਠ ਗਏ ਜੀ। ਹਾਂਜੀ। ਦੁਤੀਏ ਤਾਤ ਸੋ ਕਹਿ ਗੁਰਬਾਨੀ, ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਅੱਗੋਂ ਫਿਰ ਦੂਜੇ ਪੁੱਤਰ ਨੂੰ ਆਖਿਆ ਜੀ, ਬਾਬਾ ਲਖਮੀ ਦਾਸ ਜੀ ਨੂੰ। ਹਾਂਜੀ। ਲਖਮੀ ਦਾਸ ਸੁਨੋ ਸੋ ਉਠਾਵੋ, ਮਹਾਰਾਜ ਕਹਿੰਦੇ ਲਖਮੀ ਦਾਸ ਜੀ ਤੁਸੀਂ ਚੋਈ ਚੁੱਕ ਦਿਓ। ਹਾਂਜੀ। ਨਿਕਟ ਨਾ ਨੀਕੇ ਵਹਿਰ ਬਗਾਵੋ, ਤੇ ਲਾਗੇ ਪਈ ਚੰਗੀ ਨਹੀਂ ਲੱਗਦੀ ਤੇ ਤੁਸੀਂ ਬਾਹਰ ਸੁੱਟ ਆਓ ਚੋਈ। ਹਾਂਜੀ। ਤਬ ਬੋਲਿਓ ਸੋ ਸੁਣੀਏ ਤਾਤਾ, ਤੇ ਉਸ ਸਮੇਂ ਬਾਬਾ ਲਖਮੀ ਦਾਸ ਜੀ ਨੇ ਵੀ ਉਹੋ ਹੀ ਬਚਨ ਕੀਤਾ ਜੀ। ਕਹਿੰਦੇ ਮਹਾਰਾਜ ਗੱਲ ਸੁਣਿਓ ਮੇਰੀ। ਹਾਂਜੀ। ਹਮਕੋ ਉਚਿਤ ਨ ਐਸੀ ਬਾਤਾ, ਤਾਤਾ ਦਾ ਅਰਥ ਹੁੰਦਾ ਪਿਤਾ। ਪਿਤਾ ਜੀ ਇਹ ਕੰਮ ਕਰਨਾ ਸਾਡੇ ਉਚਿਤ ਨਹੀਂ ਹੈਗਾ। ਹਾਂਜੀ। ਮ੍ਰਿਤਕ ਮੁਖ ਕੀ ਹਾਥ ਨ ਲਾਵੋ, ਕਿ ਮ੍ਰਿਤਕ ਮੁਖ ਕੀ ਹਾਥ ਨਾ ਲਾਵੋ, ਮਰੀ ਹੋਈ ਚੋਈ ਹੈ ਮੈਂ ਕਿਉਂ ਹੱਥ ਲਾਵਾਂ। ਕਹਿਣ ਲੱਗੇ ਭਾਵ ਉਹ ਗੁਰੂ ਨਾਨਕ ਸਾਹਿਬ ਨੂੰ ਆਪਣਾ ਪਿਤਾ ਜਾਣਦੇ ਆ, ਪਿਤਾ ਦੀ ਗੱਲ ਪੁੱਤ ਮੋੜ ਵੀ ਦਿੰਦਾ ਕਈ ਵਾਰੀ। ਹਾਂਜੀ। ਕਹੋ ਨਾ ਔਰ ਪਾਸ ਉਚਵਾਵੋ, ਫਿਰ ਪੜੋ ਕਹੋ ਨਾ ਔਰ ਪਾਸ ਉਚਵਾਵੋ, ਕਹੋ ਤਾਂ ਔਰ, ਕਹਿਣ ਲੱਗੇ ਜੇ ਕਹਿੰਦੇ ਹੋ ਤੇ ਕਿਸੇ ਹੋਰ ਕੋਲੋਂ ਚੁਕਵਾ ਦੇਣਾ ਮੈਂ, ਪਰ ਆਪ ਨਹੀਂ ਮੈਂ ਚੁੱਕਣੀ ਹੈਗੀ। ਜਿਵੇਂ ਨਿਆਣਾ ਪਿਤਾ ਤੇ ਮਾਣ ਕਰਦਾ ਤੇ ਬਚਨ ਕਰਦਾ। ਹਾਂਜੀ। ਅਸ ਕਹਿ ਤੂਸ਼ਨ ਮਾਨਵ ਸਿਖਾ, ਇਹ ਕਹਿ ਕੇ ਤੇ ਮਾਣ ਕੀਤਾ ਮਨ ਵਿੱਚ ਜੀ। ਹਾਂਜੀ। ਤਬ ਲਹਿਣੇ ਦਿਸ਼ ਸ੍ਰੀ ਗੁਰ ਵਾਹ। ਦੇਖਾ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਫਿਰ ਲਹਿਣਾ ਜੀ ਵੱਲ ਮਹਾਰਾਜ ਨੇ ਵੇਖਿਆ ਜੀ, ਤੇ ਲਹਿਣਾ ਜੀ ਵੱਲ ਦੇਖ ਕੇ ਉਠੋ ਤੁਹੀ ਕਰਤਾਰ ਪਿਆਰੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਰਤਾਰ ਦੇ ਪਿਆਰੇ ਹੁਣ ਤੂੰ ਹੀ ਉੱਠ। ਮਹਾਰਾਜ ਕਹਿੰਦੇ। ਹਾਂਜੀ। ਮੁਖ ਚਾਏ ਵਹਿਰ ਦੇਹੋ ਡਾਰੇ, ਲਹਿਣਾ ਜੀ ਉਸ ਸਮੇਂ ਮਹਾਰਾਜ ਦੇ ਚਰਨ ਘੁੱਟ ਰਹੇ ਸਨ ਜੀ, ਤੇ ਮਹਾਰਾਜ ਕਹਿਣ ਲੱਗੇ ਚੋਈ ਚੁੱਕ ਕੇ ਬਾਹਰ ਸੋਟਾ ਮਰੀ ਹੋਈ। ਹਾਂਜੀ। ਆਦੋ ਬਚਨ ਸੁਨਤ ਤਤ ਕਾਲਾ, ਲਓ ਜੀ ਅਜੇ ਮਹਾਰਾਜ ਨੇ ਅੱਧਾ ਹੀ ਬਚਨ ਕੀਤਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਅਜੇ ਅੱਧਾ ਹੀ ਬਚਨ ਹੋਇਆ ਤੇ ਅੱਧਾ ਬਚਨ ਹੀ ਸੁਣ ਕੇ ਉਠਿਓ ਉਠਾਈ ਤੁਰਤ ਬੈਸ਼ਾਲਾ, ਬਸ ਜਿੰਨਾ ਕੁਝ ਪ੍ਰਾਪਤੀ ਕਰਨੀ ਜੀ। ਅੱਧਾ ਬਚਨ ਸੁਣਿਆ ਤੇ ਭਾਈ ਲਹਿਣਾ ਜੀ ਉਸੇ ਵੇਲੇ ਉੱਠੇ ਤੇ ਸਾਧ ਸੰਗਤ ਜੀ ਜਾ ਕੇ ਉਹ ਚੋਈ ਚੁੱਕ ਲਈ ਜੀ ਮਰੀ ਹੋਈ। ਆਪਦੀ ਖਾਧੀ ਸੀ ਬਿਜਲੀ। ਹਾਂਜੀ। ਕੇਤਕ ਦੂਰ ਜਾਏ ਸੋ ਡਾਰੀ, ਥੋੜੀ ਦੂਰ ਜਾ ਕੇ ਸੁੱਟ ਆਏ ਜੀ। ਹਾਂਜੀ। ਤੇ ਛਿਨ ਸ੍ਰੀ ਗੁਰ ਗਿਰਾ ਉਚਾਰੀ, ਤੇ ਜਦੋਂ ਹੱਥ ਧੋ ਕੇ ਸੁੱਚੇ ਕਰਕੇ ਵਾਪਸ ਆ ਕੇ ਫਿਰ ਮਹਾਰਾਜ ਦੇ ਚਰਨ ਫੜ ਲਏ ਨਾ ਘੁੱਟਣ ਵਾਸਤੇ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਜੀ ਫਿਰ। ਹਾਂਜੀ। ਮੂਲੇ ਸੁਤਾ ਪਿਖੋ ਮਨ ਗੁਨੀਏ, ਮਹਾਰਾਜ ਕਹਿਣ ਲੱਗੇ ਹੇ ਮੂਲ ਚੰਦ ਦੀ ਪੁੱਤਰੀ
ਭਾਵ ਸੁਲੱਖਣੀ ਜੀ ਪਿੱਖੋ ਮਨ ਗੁਣੀਏ। ਮਹਾਰਾਜ ਕਹਿੰਦੇ ਹੁਣ ਵੇਖ ਲਓ ਤੇ ਵੇਖ ਕੇ ਅੰਦਾਜ਼ਾ ਵੀ ਲਾ ਲਓ। ਹਾਂਜੀ, ਇਹ ਨਿਜ ਸੁਤ ਸੋ ਪਰਸਤ ਜਨੀਏ। ਮਹਾਰਾਜ ਕਹਿੰਦੇ ਪੁੱਤ ਤੇ ਹੈਗੇ ਆ ਪਰ ਬਚਨ ਨਹੀਂ ਮੰਨਦੇ। ਸਾਡਾ ਤੇ ਪੁੱਤ ਉਹ ਹੈ ਜਿਹੜਾ ਬਚਨ ਮੰਨੇ। ਮਹਾਰਾਜ ਕਹਿਣ ਲੱਗੇ ਜਿਹੜਾ ਬਚਨ ਮੰਨੇ। ਹਾਂਜੀ, ਮਨ ਹੈ ਕਹਿਓ ਨਾ ਬਚਨ ਕਦਾਈ। ਮਹਾਰਾਜ ਕਹਿੰਦੇ ਅਸੀਂ ਜਿਹੜਾ ਬਚਨ ਕਹਿੰਦੇ ਇਹ ਬਚਨ ਫੇਰ ਦਿੰਦੇ ਆ, ਬਚਨ ਫੇਰ ਦਿੰਦੇ ਆ। ਸੋ ਆਇਸ ਅਨੁਸਾਰ ਸਦਾਈ। ਤੇ ਮਹਾਰਾਜ ਕਹਿਣ ਲੱਗੇ ਵੇਖੋ ਜਿਹੜਾ ਕੰਮ ਕਹੀਏ ਇਹਨਾਂ ਕਹਿਣਾ ਨਹੀਂ ਮਹਾਰਾਜ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰਦੇ ਆ। ਤੇ ਲੈਣਾ ਜੀ ਉਸੇ ਵੇਲੇ ਆਗਿਆ ਵਿੱਚ ਰਹਿੰਦੇ ਆ, ਹੁਕਮ ਵਿੱਚ ਰਹਿੰਦੇ ਆ। ਹਾਂਜੀ, ਦੋਹਰਾ ਨਹਿ ਕਿਸਹੂ ਕੇ ਕਰ ਬਿਖੈ ਸਭ ਕਰਤਾਰ ਅਧੀਨ। ਬਾਕੀ ਤਤ ਗੱਲ ਮਹਾਰਾਜ ਦੱਸ ਰਹੇ ਹੈ। ਤਤ ਗੱਲ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹ ਕੇਵਲ ਗੁਰਤਾ ਗੱਦੀ ਨਹੀਂ, ਸਾਧ ਸੰਗਤ ਦੀ ਆਮ ਵੀ ਗੱਲਾਂ ਜਿਹੜੀਆਂ ਇਹ ਕਿਸੇ ਦੇ ਹੱਥ ਵਿੱਚ ਨਹੀਂ ਹੈਗੀਆਂ, ਸਾਰੀਆਂ ਰੱਬ ਦੇ ਹੀ ਹੱਥ ਵਿੱਚ ਹੈਗੀਆਂ ਜੀ। ਸ਼੍ਰੀ ਪਰਮੇਸ਼ਰ ਜੀ ਦੇ ਹੱਥ ਵਿੱਚ ਹੈਗੀਆਂ। ਨਹਿ ਕਿਸਹੂ ਕੇ ਕਰ ਬਿਖੈ ਸਭ ਕਰਤਾਰ ਅਧੀਨ। ਮਹਾਰਾਜ ਕਹਿੰਦੇ ਸੁਲੱਖਣੀ ਇਹ ਸਾਰਾ ਕੁਝ ਕਰਤਾਰ ਦੇ ਅਧੀਨ ਹੈ, ਪਰਮੇਸ਼ਰ ਦੇ ਅਧੀਨ ਹੈ, ਕਿਸੇ ਬੰਦੇ ਦੇ ਹੱਥ ਵਿੱਚ ਨਹੀਂ ਹੈਗਾ। ਹਾਂਜੀ, ਜਿਸ ਪਰ ਕਰੁਣਾ ਦ੍ਰਿਸ਼ਟ ਹੋਵੈ ਤਿਨਹਿ ਬਸਤ ਇਹ ਲੀਨ। ਬਾਕੀ ਗੁਰਤਾ ਗੱਦੀ ਦੀ ਗੱਲ ਸੁਣ ਲਓ। ਗੁਰਤਾ ਗੱਦੀ ਉਹੋ ਹੀ ਲਓ ਜਿਹਦੇ ਤੇ ਕਰਤਾਰ ਦੀ ਕਿਰਪਾ ਦ੍ਰਿਸ਼ਟੀ ਹੋਏਗੀ, ਉਹੋ ਹੀ ਇਸ ਵਸਤੂ ਨੂੰ ਪ੍ਰਾਪਤ ਕਰੇਗਾ ਜੀ। ਮੈਂ ਇੱਕ ਗੁਰਮੁਖ ਕੋਲੋਂ ਬਚਨ ਸੁਣ ਰਿਹਾ ਸੀ। ਉਹ ਕਹਿੰਦੇ ਇਸ ਧਰਤੀ ਤੇ ਇਹ ਫੈਸਲਾ ਨਹੀਂ ਹੁੰਦਾ ਵੀ ਗੁਰਤਾ ਗੱਦੀ ਤੇ ਕਿੰਨੇ ਬੈਠਣਾ ਹੈ। ਇਹ ਇਸ ਜਹਾਨ ਦਾ ਫੈਸਲਾ ਨਹੀਂ ਹੈਗਾ, ਇਹ ਦਰਗਾਹ ਦਾ ਫੈਸਲਾ, ਇਹ ਸੱਚਖੰਡ ਦਾ ਫੈਸਲਾ ਹੈ ਗੁਰਤਾ ਗੱਦੀ ਤੇ ਕਿੰਨੇ ਬੈਠਣਾ ਹੈ। ਹਾਂਜੀ, ਚੌਪਈ ਜਿਸ ਧਰਨੀ ਮਹਿ ਹੋਏ ਨਿਵਾਨਾ ਹਾਂਜੀ, ਤਹ ਜਲ ਜਾਵਹਿ ਟਿਕਹਿ ਮਹਾਨਾ। ਮਹਾਰਾਜ ਕਹਿੰਦੇ ਸੁਲੱਖਣੀ ਤੁਸੀਂ ਸਿਆਣੇ ਹੋ। ਜਿਹੜੀ ਧਰਤੀ ਨੀਵੀਂ ਹੋਵੇ ਪਾਣੀ ਉਹਦੇ ਵੱਲ ਆਪੇ ਹੀ ਜਾਂਦਾ ਜੀ। ਕਦੀ ਪਹਾੜ ਨੂੰ ਚੜ੍ਹਦਾ ਪਾਣੀ ਨਹੀਂ ਵੇਖਿਆ ਜੀ, ਹੇਠਾਂ ਆਉਂਦਾ ਵੇਖਿਆ ਸਾਰਿਆਂ ਨੇ। ਹਾਂਜੀ, ਟਿੱਬਾ ਜਹਾਂ ਉਚੇਰਾ ਹੋਈ। ਮਹਾਰਾਜ ਕਹਿੰਦੇ ਸੁਲੱਖਣੀ ਜੀ ਜਿੱਥੇ ਪਹਿਲਾਂ ਹੀ ਟਿੱਬਾ ਬੜਾ ਉੱਚਾ ਬਣਿਆ। ਹਾਂਜੀ, ਤਹ ਜਲ ਬੂੰਦ ਟਿਕੇ ਨਹਿ ਕੋਈ। ਮਹਾਰਾਜ ਕਹਿਣ ਲੱਗੇ ਸੁਲੱਖਣੀ ਜੀ ਉੱਥੇ ਪਾਣੀ ਦੀ ਬੂੰਦ ਨਹੀਂ ਟਿਕਦੀ, ਪਾਣੀ ਥੱਲੇ ਆ ਜਾਂਦਾ। ਹਾਂਜੀ, ਸੁਣ ਕੇ ਬਚਨ ਦੇਖ ਨਿਜ ਨੈਣਾ। ਗੁਰੂ ਸਾਹਿਬ ਦੇ ਬਚਨ ਸੁਣ ਕੇ ਨਾਲੇ ਬਚਨ ਸੁਣੇ, ਨਾਲੇ ਮਾਤਾ ਸੁਲੱਖਣੀ ਜੀ ਨੇ ਆਪ ਵੇਖ ਲਿਆ ਵੀ ਮੇਰੇ ਪੁੱਤਰਾਂ ਨੇ ਹੁਕਮ ਤੇ ਮੰਨਿਆ ਨਹੀਂ। ਹਾਂਜੀ, ਗਈ ਸੁਲੱਖਣੀ ਉਠ ਨਿਜ ਐਨਾ। ਇਹ ਮਾਤਾ ਜੀ ਬੋਲੇ ਕੁਝ ਨਹੀਂ ਜੀ। ਮਾਤਾ ਜੀ ਉੱਠੇ, ਉੱਠ ਕੇ ਘਰ ਵਾਪਸ ਚਲੇ ਗਏ ਜੀ। ਪਤਾ ਲੱਗ ਗਿਆ, ਪ੍ਰੇਮੀਆਂ ਨੂੰ ਵੀ ਪਤਾ ਲੱਗ ਗਿਆ ਕੌਣ ਹੁਕਮ ਮੰਨਦਾ ਤੇ ਕੌਣ ਨਹੀਂ ਮੰਨਦਾ ਜੀ। ਹਾਂਜੀ, ਕੇਤਕ ਦਿਵਸ ਜਬ ਬਿਤੇ ਬਹੋਰੀ। ਕੁਝ ਦਿਨ ਇਸ ਤਰੀਕੇ ਨਾਲ ਜਦੋਂ ਬਤੀਤ ਹੋ ਗਏ ਜੀ। ਹਾਂਜੀ, ਪਰਖਨ ਕੀ ਠਾਨੀ ਬਿਦ ਔਰੀ। ਮਹਾਰਾਜ ਨੇ ਹੋਰ ਵਿਧੀ ਦੇ ਨਾਲ ਵੀ ਪਰਖਿਆ ਜੀ। ਹੋਰ ਵਿਧੀ ਅਪਣਾਈ ਪਰਖਣ ਵਾਸਤੇ। ਸ਼ੰਕਾ ਨਾ ਰਹਿ ਜੇ ਕਿਸੇ ਨੂੰ ਜੀ। ਕੋਈ ਇਹ ਨਾ ਕਵੇ ਵੀ ਪੁੱਤਰਾਂ ਨਾਲ ਧੱਕਾ ਹੋਇਆ, ਸ਼ੰਕਾ ਨਾ ਰਹਿ ਜੇ। ਇਸ ਕਰਕੇ ਮਹਾਰਾਜ ਬਾਰ-ਬਾਰ ਪਰਖ ਕੇ ਵਿਖਾਉਂਦੇ ਆ। ਹਾਂਜੀ, ਭਵ ਅੰਗ ਬੁੱਧ ਤਾਰਨ ਗੁਰ ਪੋਤਾ। ਹਾਂਜੀ, ਜਾਮਨ ਏਕ ਭਾਉ ਨਿਜ ਸੋਤਾ। ਸਾਧ ਸੰਗਤ ਜੀ ਸੰਸਾਰ ਸਾਗਰ ਨੂੰ ਤਾਰਨ ਲਈ ਗੁਰੂ ਜਹਾਜ਼ ਦੀ ਨਿਆਈ ਹੈ, ਜਹਾਜ਼ ਦੀ ਨਿਆਈ। ਤੇ ਕਹਿਣ ਲੱਗੇ ਆਪਣੇ ਰੰਗ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਇੱਕ ਦਿਨ ਆਰਾਮ ਕਰ ਰਹੇ ਸਨ। ਹਾਂਜੀ, ਓ ਭਏ ਤਾਤ ਤਹਿ ਕਾਲ ਸਮੀਪਾ। ਉਭੈ ਤਾਤ, ਉਭੈ ਦਾ ਅਰਥ ਕੀ ਹੈ? ਦੋਵੇਂ ਪੁੱਤਰ ਮਹਾਰਾਜ ਦੇ ਕੋਲ ਸਨ। ਲੰਮੇ ਪਏ ਬਾਬਾ ਸ਼੍ਰੀ ਚੰਦਰ ਜੀ, ਬਾਬਾ ਲਖਮੀ ਦਾਸ ਜੀ ਮਹਾਰਾਜ ਜੀ ਦੇ ਲਾਗੇ ਲੰਮੇ ਪਏ ਸਨ। ਹਾਂਜੀ, ਸ੍ਰੀ ਸਸ ਪਤ ਤਬ ਨਿਕਟ ਬੋਲੀਪਾ। ਤੇ ਸ੍ਰੀ ਸਸਪਤ ਤਬ ਨਿਕਟ ਬੋਲੀਪਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਚੰਦਰ ਜੀ ਨੂੰ ਕੋਲ ਬੁਲਾਇਆ ਜੀ। ਹਾਂਜੀ,
ਤਾਤ ਸਭਿਆਨ ਧੋਨ ਸਰ ਜਈਏ। ਮਹਾਰਾਜ ਕਹਿਣ ਲੱਗੇ ਪੁੱਤਰ ਆ ਸਾਡਾ ਚਾਦਰਾ ਧੋ ਕੇ ਲੈ ਕੇ ਆ। ਹੁਣ ਅੱਧੀ ਰਾਤ ਦਾ ਸਮਾਂ ਜੀ ਤੇ ਠੰਡ ਦਾ ਸਮਾਂ। ਮਹਾਰਾਜ ਕਹਿੰਦੇ ਸਾਡਾ ਚਾਦਰਾ, ਪਹਿਲਾਂ ਚਾਦਰ ਲਾਉਂਦੇ ਸਨ, ਮਹਾਰਾਜ ਕਹਿੰਦੇ ਸਾਡਾ ਚਾਦਰਾ ਧੋ ਕੇ ਲੈ ਕੇ ਆਓ। ਹਾਂਜੀ, ਸੋਖਤ ਕਰ ਤੂਰਨ ਢਿਗ ਲਿਆਈਏ। ਫੇਰ ਇਹਨੂੰ ਸੁਕਾ ਕੇ ਲੈ ਕੇ ਆਉਣਾ ਤੇ ਸੁਕਾ ਕੇ ਛੇਤੀ ਸਾਡੇ ਕੋਲ ਲੈ ਆਉਣਾ। ਹਾਂਜੀ, ਤਾਤ ਕਹਿਤ ਹਮ ਸ਼ਰਮਤ ਕਰਨ ਤੇ ਸਾਧ ਸੰਗਤ ਬਾਬਾ ਜੀ ਕਹਿਣ ਲੱਗੇ ਮਹਾਰਾਜ ਥੱਕਿਆ ਹੋਇਆ, ਅੱਧੀ ਰਾਤ ਦਾ ਸਮਾਂ। ਹਾਂਜੀ, ਕੋਮਲ ਕਰ ਹਮ ਨਿਸਾ ਠਰਨ ਨੇ ਮਹਾਰਾਜ ਹੱਥ ਮੇਰੇ ਬੜੇ ਕੋਮਲ ਤੇ ਠੰਡ ਬੜੀ ਐ ਤੇ ਮਹਾਰਾਜ ਮੇਰੇ ਹੱਥ ਜਿਹੜੇ ਠਰ ਜਾਣੇ ਆ ਪਾਣੀ 'ਚ। ਹਾਂਜੀ, ਬਾਸੁਰ ਹੁਐ ਭ੍ਰਿਤ ਟੋਕਰ ਲਿਆਵੈ। ਮਹਾਰਾਜ ਦਿਨ ਚੱਲੇਗਾ, ਵਾਹਿਗੁਰੂ ਦਿਨ ਜਦੋਂ ਚੜ ਜਾਏਗਾ ਤੇ ਭ੍ਰਿਤ ਧੋ ਕਰ ਲਿਆਵੈ। ਨੌਕਰ ਕੋਈ ਸੇਵਕ ਧੋ ਕੇ ਲੈ ਆਏਗਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਇਹ ਵੀ ਨਹੀਂ ਵੀ ਦਿਨ ਚੜੇ ਮੈਂ ਆਪ ਧੋ ਕੇ ਲੈ ਆਵਾਂਗਾ, ਇਹ ਵੀ ਨਹੀਂ ਕਿਹਾ। ਕਹਿਣ ਲੱਗੇ ਕੋਈ ਨੌਕਰ ਸੇਵਕ ਜਿਹੜਾ ਧੋ ਕੇ ਲੈ ਆਵੇਗਾ। ਹਾਂਜੀ, ਹਮ ਤੇ ਇਹ ਕ੍ਰਿਤ ਹੋਏ ਨਾ ਆਵੈ। ਮਹਾਰਾਜ ਇੰਨੀ ਠੰਡ ਹੈਗੀ ਹੈ, ਮੇਰੇ ਕੋ ਕਿੱਥੋਂ ਇਹ ਕੰਮ ਹੋਣਾ, ਅੱਧੀ ਰਾਤ ਚਾਦਰਾ ਧੋਣਾ। ਹਾਂਜੀ, ਲਗ ਸੁਤ ਪ੍ਰਤ ਜਬ ਕਹਿ ਗੁਰ ਐਸੇ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਲਖਮੀ ਦਾਸ ਜੀ ਨੂੰ ਆਖੀ ਜੀ ਇਹ ਗੱਲ। ਹਾਂਜੀ, ਪ੍ਰਤ ਉਤਰ ਸੋ ਕਹਤੇ ਹੋ ਕੈਸੇ। ਤੇ ਸਾਧ ਸੰਗਤ ਜਿਵੇਂ ਬਾਬਾ ਸ੍ਰੀ ਚੰਦਰ ਜੀ ਨੇ ਮੋੜਵਾਂ ਉੱਤਰ ਦਿੱਤਾ, ਉਵੇਂ ਲਖਮੀ ਦਾਸ ਜੀ ਨੇ ਮੋੜਵਾਂ ਉੱਤਰ ਦੇ ਦਿੱਤਾ ਜੀ। ਮੋੜਵਾਂ ਉੱਤਰ ਦੇ ਦਿੱਤਾ। ਜਿਹੜਾ ਝੱਟ ਉਸੇ ਵੇਲੇ ਮੋੜਵਾਂ ਉੱਤਰ ਦੇਣਾ ਇਹ ਚੰਗੀ ਗੱਲ ਨਹੀਂ ਹੈਗੀ ਜੀ। ਹਾਂਜੀ, ਜਬ ਲਹਿਣੇ ਪ੍ਰਤ ਸਤਿਗੁਰ ਵਾਹਿ- ਭਾਖਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੇ ਭਾਈ ਲਹਿਣਾ ਜੀ ਵੱਲ ਵੇਖਿਆ ਸੱਚੇ ਪਾਤਸ਼ਾਹ ਨੇ। ਹਾਂਜੀ, ਹਮ ਚਾਦਰ ਪੁਰਖਾ ਧੋ ਲਾਖਾ। ਤੇ ਦੇਖ ਕੇ ਮਹਾਰਾਜ ਕਹਿੰਦੇ ਪੁਰਖਾ ਆ ਸਾਡੇ ਚਾਦਰ ਆ। ਮਹਾਰਾਜ ਕਹਿੰਦੇ ਸਾਡਾ ਚਾਦਰਾ ਧੋ ਕੇ ਲੈ ਕੇ ਆਓ। ਹਾਂਜੀ, ਤਬਹਿ ਉਠਿਓ ਲਹਿਣਾ ਵੱਡ ਭਾਗਾ। ਅੱਧੀ ਰਾਤ ਦਾ ਸਮਾਂ ਤੇ ਸਾਰੀ ਦਿਹਾੜੀ ਸੇਵਾ ਕਰ ਕਰਕੇ ਥੱਕੇ ਪਏ ਜੀ, ਥੱਕੇ ਪਏ। ਪਰ ਲਹਿਣਾ ਜੀ ਉਸੇ ਸਮੇਂ ਚਾਦਰ ਧੋ ਲਿਆਏ ਜੀ, ਚਾਦਰ ਧੋਣ ਲਈ ਤੁਰ ਪਏ ਜੀ। ਹਾਂਜੀ, ਸਰ ਮਹਿ ਜਾਂ ਪਟ ਤੋਵਨ ਲਾਗਾ। ਵਾਹਿਗੁਰੂ ਸਰੋਵਰ ਦੇ ਵਿੱਚ ਉਹ ਚਾਦਰ ਜਿਹੜੀ ਸੀ ਉਹ ਧੋਣ ਲੱਗ ਪਏ। ਹਾਂਜੀ, ਬਾਸੁਰ ਅਰਧ ਭਾਨ ਖਯਨ ਪਰਤੂ। ਹਾਂਜੀ, ਲੱਖ ਲਹਿਣੇ ਮਨ ਅਚਰਜ ਸੰਬਤੂ। ਹੁਣ ਮਹਾਰਾਜ ਨੇ ਕਿਹਾ ਸੀ ਸੁਕਾ ਕੇ ਵੀ ਲੈ ਕੇ ਆਉਣੀ ਤੇ ਮਨ 'ਚ ਪਿਆਰ ਬੜਾ ਸੀ, ਸ਼ਰਧਾ ਬੜੀ ਸੀ। ਤੇ ਸਾਧ ਸੰਗਤ ਜਦੋਂ ਧੋਤੀ ਸੁਕਾਉਣ ਲੱਗੇ ਤੇ ਸੂਰਜ ਚੜ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਉਹ ਸੂਰਜ ਚੜ ਗਿਆ ਜੀ ਤੇ ਲਹਿਣਾ ਜੀ ਵੇਖ ਕੇ ਬੜੇ ਹੈਰਾਨ ਹੋਏ ਜੀ। ਹਾਂਜੀ, ਧੋਏ ਸੁਕਾਏ ਚੈਲ ਲੈ ਆਵਾ। ਤੇ ਧੋ ਕੇ ਸੁਕਾ ਕੇ ਤੇ ਛੇਤੀ ਵਾਪਸ ਤੁਰ ਪਏ ਜੀ। ਹਾਂਜੀ, ਧਰ ਸਤਗੁਰ ਟਿਗ ਭਾਲ ਨਿਵਾਵਾ। ਤੇ ਸਾਧ ਸੰਗਤ ਧਰ ਸਤਗੁਰ ਢਿਗ ਭਾਲ ਨਿਵਾਵਾ। ਚਾਦਰਾ ਧੋ ਕੇ ਸੁਕਾ ਕੇ ਮਹਾਰਾਜ ਦੇ ਅੱਗੇ ਰੱਖ ਕੇ ਮੱਥਾ ਟੇਕਿਆ ਜੀ। ਹਾਂਜੀ, ਜਗਤੇਸ਼ਵਰ ਨਿਜ ਪਾਨ ਉਠਾਇਓ। ਮਹਾਰਾਜ ਨੇ ਨਾ ਜਦੋਂ ਚਰਨਾਂ 'ਚ ਸਿਰ ਰੱਖਿਆ ਤੇ ਮਹਾਰਾਜ ਨੇ ਇੰਜ ਕਰਕੇ ਸਿਰ ਤਾਂ ਚੁੱਕਿਆ ਜੀ। ਹਾਂਜੀ, ਕਹਿ ਸੁਮਤੇ ਜਗ ਅਪਰ ਨਾ ਤੇ ਜਾਇਓ। ਮਹਾਰਾਜ ਭਾਈ ਲਹਿਣਾ ਜੀ ਨੂੰ ਕਹਿਣ ਲੱਗੇ ਚੰਗੀ ਮੱਤ ਵਾਲਿਆ, ਤੇਰੇ ਵਰਗਾ ਇਸ ਸੰਸਾਰ 'ਚ ਦੂਜਾ ਨਹੀਂ ਕੋਈ ਹੈਗਾ, ਦੂਜਾ ਨਹੀਂ ਕੋਈ ਹੈਗਾ। ਹਾਂਜੀ, ਕਿਤਕ ਨਿਸਾਥੀ ਪਟ ਧੋ ਆਨੇ। ਹਾਂਜੀ, ਤੇਰੀ ਗਤ ਤੂੰ ਜਾਨ ਬਖਾਨੇ। ਮਹਾਰਾਜ ਕਹਿੰਦੇ ਅੱਧੀ ਰਾਤ ਨੂੰ ਚਾਦਰਾ ਧੋ ਕੇ ਸੁਕਾ ਕੇ ਵੀ ਲੈ ਆਇਆ ਤੇ ਤੇਰੀ ਗਤ ਤੂੰ ਜਾਨ ਬਖਾਨੇ। ਭਾਈ ਲਹਿਣਾ ਜੀ ਅੱਗੋਂ ਕਹਿੰਦੇ ਨਾ ਮਹਾਰਾਜ ਇਹ ਤੇ ਤੁਹਾਡੀ ਗਤੀ ਹੈ, ਮਹਾਰਾਜ ਤੁਸੀਂ ਜਾਣਦੇ, ਮੈਂ ਤੇ ਕੁਝ ਵੀ ਨਹੀਂ ਕੀਤਾ। ਹਾਂਜੀ, ਦੋਹਰਾ ਸਤਗੁਰ ਕਹਿ ਜੋ ਵਸਤ ਹੈ ਭਾਗ ਜਿਸੇ ਸੋ ਪਾਏ। ਤੇ ਮਹਾਰਾਜ ਅੱਗੋਂ ਧੰਨ ਗੁਰੂ ਨਾਨਕ ਸਾਹਿਬ ਸੁਣਾ ਕੇ ਕਹਿਣ ਲੱਗੇ ਸਭ ਨੂੰ। ਮਹਾਰਾਜ ਕਹਿੰਦੇ ਭਾਈ ਜਿਹਦੇ ਭਾਗਾਂ ਵਿੱਚ ਜਿਹੜੀ ਵਸਤੂ ਹੋਵੇ ਉਹੋ ਹੀ ਉਹਨੂੰ ਪ੍ਰਾਪਤ ਕਰਦਾ।
ਹਾਂਜੀ। ਬਿਨ ਭਾਗਾ ਨਹਿ ਮਿਲਤ ਹੈ, ਕੋਟਕ ਜਤਨ ਕਮਾਏ। ਜਿਹਦੇ ਭਾਗ ਨਹੀਂ ਹੈਗੇ ਉਹ ਕਰੋੜਾਂ ਵੀ ਯਤਨ ਕਰ ਲੇ ਤੇ ਪਿਆਰਿਓ ਉਹ ਵਸਤੂ ਲੈ ਨਹੀਂ ਸਕਦਾ। ਹਾਂਜੀ। ਅਪਰ ਪਰੀਖਿਆ ਲੈਨ ਕੀ, ਸਤਿਗੁਰ ਕੇ ਮਨ ਚਾਹੇ। ਅਜੇ ਇੰਨੀ ਗੱਲ ਤੇ ਨਹੀਂ ਗੱਲ ਮੁੱਕੀ ਵੀ ਚਾਦਰਾ ਧੋ ਲਿਆਂਦਾ ਤੇ ਗੱਲ ਮੁੱਕ ਗਈ। ਬੜੀ ਵੱਡੀ ਸੰਸਾਰ ਨੂੰ ਤਾਰਨ ਦਾ ਗੁਰੂ ਜਹਾਜ਼ ਹੈ। ਇੰਨੀ ਵੱਡੀ ਪਦਵੀ ਤੇ ਬੈਠਣਾ ਹੈ। ਮਹਾਰਾਜ ਨੇ ਹੋਰ ਪ੍ਰੀਖਿਆ ਲੈਣ ਦਾ ਵਿਚਾਰ ਬਣਾਇਆ ਵੀ ਹੋਰ ਪ੍ਰੀਖਿਆ ਲਈਏ। ਗੁਰੂ ਸਾਹਿਬ ਨੂੰ ਤੇ ਕੋਈ ਸ਼ੰਕਾ ਨਹੀਂ ਹੈ, ਤਾਂ ਕਿ ਸਿੱਖਾਂ ਦੇ ਮਨਾਂ ਚੋਂ ਸ਼ੰਕਾ ਨਿਕਲ ਜੇ। ਹਾਂਜੀ। ਇੱਕ ਦਿਨ ਸਿੱਖਨ ਕਰ ਬਲਤ, ਉਹ ਭੈ ਤਾਤ ਢਿਗ ਆਹੇ। ਤੇ ਸਾਧ ਸੰਗਤ ਨਵੇਂ ਸਿਰਿਓਂ ਨਵੀਂ ਪ੍ਰੀਖਿਆ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਲੈਣ ਲੱਗੇ ਆ। ਤੇ ਦੋਵੇਂ ਪੁੱਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠੇ ਆ। ਅੱਗੋਂ ਹੁਣ ਮਹਾਰਾਜ ਜਿਹੜੀ ਪ੍ਰੀਖਿਆ ਲੈਣਗੇ ਉਹ ਸੰਗਤ ਜੀ ਆਪਾਂ ਕੱਲ ਨੂੰ ਸਰਵਣ ਕਰਾਂਗੇ। ਭਾਈ ਲਹਿਣਾ ਜੀ ਨੇ ਬੜੀ ਵੱਡੀ ਪ੍ਰਾਪਤੀ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਤ ਬਚਨ ਆਖ ਕੇ ਮਹਾਰਾਜ ਸਾਡੇ ਤੇ ਕਿਰਪਾ ਕਰਨ, ਬਖਸ਼ਿਸ਼ ਕਰਨ। ਉਹਨਾਂ ਦੀ ਭਾਵਨਾ ਕੀ ਹੈ, ਆਓ ਪ੍ਰੇਮ ਦੇ ਨਾਲ ਪੜ੍ਹ ਲਈਏ। ਸਤਿਗੁਰ ਪਰਮੇਸ਼ਰ ਮੇਰਾ, 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 ਸਤਿਗੁਰ ਪਰਮੇਸ਼ਰ ਮੇਰਾ। ਇਹ ਭਾਵਨਾ ਤੇ ਭਾਈ ਲਹਿਣਾ ਜੀ ਨੇ ਇਹ ਭਾਵਨਾ ਰੱਖੀ। ਗੁਰੂ ਅੰਗਦ ਦੇਵ ਸਾਹਿਬ ਬਣ ਗਏ। ਤੇ ਅੱਗੇ ਵੀ ਇੱਕ ਦਿਨ ਤੁਹਾਨੂੰ ਬੇਨਤੀ ਕੀਤੀ, ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਤੁਰੇ ਜਾਣ ਤੇ ਗੁਰੂ ਅਮਰਦਾਸ ਸਾਹਿਬ ਸੇਵਕ ਰੂਪ ਵਿੱਚ, ਤੇ ਮਹਾਰਾਜ ਕਹਿੰਦੇ ਪੁਰਖਾ ਖਡੂਰ ਸਾਹਿਬ ਨੂੰ ਕਿਹੜਾ ਰਾਹ ਜਾਂਦਾ? ਤੇ ਮਹਾਰਾਜ ਜਿਵੇਂ ਅੰਜ ਖਲੋਤੇ ਤੇ ਭਾਈ ਵਾਹਿਗੁਰੂ ਗੁਰੂ ਅਮਰਦਾਸ ਸਾਹਿਬ ਸੇਵਕ ਰੂਪ ਚ ਤੇ ਬਾਂਹ ਅੱਗੇ ਕਰਤੀ। ਕਹਿੰਦੇ ਮਹਾਰਾਜ ਆਹ ਰਾਹ ਜਾਂਦਾ। ਤੇ ਉਹ ਜਿਹੜੀ ਬਾਂਹ ਸੀ ਉਹ ਮਹਾਰਾਜ ਗੁਰੂ ਅੰਗਦ ਸਾਹਿਬ ਤੋਂ ਅੱਗੇ ਲੰਘ ਗਈ ਜੀ। ਜਦੋਂ ਅੱਗੇ ਲੰਘੀ ਤੇ ਗੁਰੂ ਅਮਰਦਾਸ ਜੀ ਨੂੰ ਬੜਾ ਮਹਿਸੂਸ ਹੋਇਆ। ਕਹਿੰਦੇ ਮੇਰੀ ਬਾਂਹ ਦੀ ਗਲਤੀ ਹੈ, ਮੇਰੀ ਬਾਂਹ ਗੁਰੂ ਤੋਂ ਅੱਗੇ ਲੰਘ ਗਈ। ਤੇ ਪਿਆਰਿਓ ਬਾਂਹ ਇੱਥੇ ਲਾ ਲਈ ਜੀ, ਬਾਂਹ ਇੱਥੇ ਲਾ ਲਈ। ਇਹ ਬਾਂਹ ਮੇਰੀ ਹੈ ਹੀ ਨਹੀਂ, ਮੈਂ ਇਹਦੇ ਤੋਂ ਕੰਮ ਨਹੀਂ ਲੈਣਾ, ਇਹ ਗੁਰੂ ਸਾਹਿਬ ਤੋਂ ਅੱਗੇ ਲੰਘ ਗਈ ਹੈ, ਗੁਰੂ ਸਾਹਿਬ ਤੋਂ ਅੱਗੇ ਲੰਘ ਗਈ।
ਉਹ ਥੋੜੇ ਦਿਨ ਹੋਏ ਤੇ ਬਾਂਹ ਇਸ ਤਰ੍ਹਾਂ ਮਹਾਰਾਜ ਨੇ ਲਾਹੀ ਗੁਰੂ ਅਮਰਦਾਸ ਜੀ ਨੇ। ਤੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਪੁਰਖਾ ਇਹ ਬਾਂਹ ਇਸ ਤਰ੍ਹਾਂ ਕਿਉਂ ਲਾਈ ਹੈ? ਕਹਿੰਦੇ ਮਹਾਰਾਜ ਇਸ ਬਾਂਹ ਨੇ ਗਲਤੀ ਕੀਤੀ ਹੈ, ਮੇਰੀ ਨਹੀਂ ਹੈਗੀ, ਮੈਂ ਇਹਦੇ ਤੋਂ ਕੰਮ ਲੈਣਾ ਛੱਡਤਾ, ਇਹ ਤੁਸੀਂ ਖਲੋਤੇ ਹੋ ਤੇ ਮਹਾਰਾਜ ਅੱਗੇ ਤੁਹਾਡੇ ਤੋਂ ਹੋ ਗਈ। ਹੁਣ ਵੇਖੋ ਹੱਥ ਪੈਰ ਤੇ ਸਹਿਜ ਸੁਭਾਅ ਵੱਜ ਜਾਂਦੇ ਸੰਗਤ ਜੀ, ਹੱਥ ਪੈਰ ਤਾਂ ਸਹਿਜ ਸੁਭਾਅ ਅੱਗੇ ਲੰਘ ਜਾਂਦੇ, ਪਰ ਏਡੀ ਵੱਡੀ ਨਿਮਰਤਾ, ਇੰਨੀ ਵੱਡੀ ਨਿਮਰਤਾ ਕਿਉਂ? ਉਹਨਾਂ ਦੀ ਭਾਵਨਾ ਸੀ ਗੁਰੂ ਅੰਗਦ ਸਾਹਿਬ ਪਰਮੇਸ਼ਰ ਨੇ। ਗੁਰੂ ਅੰਗਦ ਸਾਹਿਬ ਜੀ ਦੀ ਕੀ ਭਾਵਨਾ? ਗੁਰੂ ਨਾਨਕ ਸਾਹਿਬ ਪਰਮੇਸ਼ਰ ਹਨ। ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ। ਸਾਰੇ ਜਪੋ ਸਤਿਗੁਰ ਪਰਮੇਸ਼ਰ ਮੇਰਾ, 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 ਸਤਿਗੁਰ ਪਰਮੇਸ਼ਰ ਮੇਰਾ। ਗੁਰੂ ਗੁਰ, ਗੁਰੂ ਗੁਰ, ਗੁਰੂ ਜਪ ਸਤ ਕਰ। ਸੱਚੇ ਪਾਤਸ਼ਾਹ ਕਿਰਪਾ ਕਰਨ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਾਰੀਆਂ ਸੰਗਤਾਂ ਅਰਦਾਸ ਕਰੋ ਮਹਾਰਾਜ ਜੀ ਦੇ ਚਰਨਾਂ ਵਿੱਚ, ਸੰਸਾਰ ਵਿੱਚ ਸੁਖ ਸ਼ਾਂਤੀ ਵਰਤੇ, ਫਿਰ ਗੁਰੂ ਘਰਾਂ ਵਿੱਚ ਰੌਣਕਾਂ ਲੱਗਣ, ਸੰਗਤਾਂ ਆਵਣ ਜਾਵਣ, ਖੁਸ਼ੀਆਂ ਮਨਾਵਣ, ਗੁਰੂ ਜੀ ਦੇ ਦਰਸ਼ਨ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।